ਗੋਲਡ ਖਰੀਦ ਲੈਂਦਾ, ਕੋਈ ਰੀਅਲ ਏਸਟੇਟ 'ਚ ਕਰ ਲੈਂਦਾ, ਕੋਈ ਸਟਾਕਸ 'ਚ ਕਰ ਲੈਂਦਾ, ਕੋਈ ਵਿਆਜ ਤੇ ਪੈਸੇ ਦੇ ਤਾਂ ਹਰ ਤਰੀਕਾ ਜੋ ਵੀ ਤੁਸੀਂ ਆਪਣੇ ਪੈਸੇ ਨੂੰ ਗਰੋ ਕਰਨ ਲਈ ਕਰ ਰਹੇ ਹੋ ਇਨਵੈਸਟਮੈਂਟ ਹੀ ਹੈ। ਗੋਲਡ ਸੇਫੈਸਟ ਬੈਟ ਹੁੰਦੀ ਹੈ। ਅੱਛਾ, ਦੁਨੀਆ ਦੀ ਇਕਨੋਮੀ ਗੋਲਡ ਦੇ ਸਿਰ ਤੇ ਚੱਲਦੀ। ਕੋਈ ਵੀ ਪੈਸਾ ਲੱਗੇਗਾ ਨਾ ਘੁਮਾ ਫਿਰਾ ਕੇ ਮਾਰਕੀਟ 'ਚ ਆ। ਆਪਾਂ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਨੋਰਮਲ ਕਲਾਸ ਵਾਲੇ ਨੇ ਨਹੀਂ ਜ਼ਿਆਦਾ ਰਿਸਕ ਲੈ ਸਕਦੇ ਜੀ। ਤਾਂ ਕੀ ਤਰੀਕੇ ਨੇ ਅਸੀਂ ਆਪਣੇ ਪੈਸੇ ਨੂੰ ਕੰਮ ਲਾ ਸਕਦੇ। ਮਿਊਚੁਅਲ ਫੰਡ ਬੇਸਿਕਲੀ ਹੈ ਕਿ ਅਸੀਂ ਬਹੁਤ ਵੱਡੀਆਂ ਕੰਪਨੀ ਦੇ ਜਿਹੜੀਆਂ ਬਹੁਤ ਮਹਿੰਗੀਆਂ ਹੋ ਅਸੀਂ ਉਹਨਾਂ ਨੂੰ ਸਿੱਧਾ ਨਹੀਂ ਖਰੀਦ ਸਕਦੇ। ਬਹੁਤ ਸਾਰੇ ਲੋਕ ਥੋੜਾ ਪੈਸਾ ਦਿੰਦੇ, ਉਹ ਇਕੱਠਾ ਹੋ ਜਾਂਦਾ, ਉਹਦੇ ਨਾਲ ਇੱਕ ਫੰਡ ਮੈਨੇਜਰ ਬਣਦਾ, ਉਹ ਫਿਰ ਉਹ ਪੈਸੇ ਤੁਹਾਡੇ ਏਵਜ਼ ਦੇ ਵਿੱਚ ਉਹਨਾਂ ਦੇ ਵਿੱਚ ਲਗਾਉਂਦਾ। ਤਾਂ ਬੇਸਿਕਲੀ ਤੁਸੀਂ ਮਾਰਕੀਟ ਦੇ ਵਿੱਚ ਘੱਟ ਪੈਸੇ ਨਾਲ ਐਂਟਰੀ ਕਰਦੇ। ਤੇ ਇੱਕ ਮੈਨੂੰ ਇਹ ਚੀਜ਼ ਦੱਸੋ ਕਿ ਇਹ ਕਿਹਨਾਂ ਲਈ ਹੈ ਮਿਊਚੁਅਲ ਫੰਡ? ਹਰ ਕਿਸੇ ਲਈ। ਕਿੰਨੇ % ਵੈਸੇ ਮਿਊਚੁਅਲ ਫੰਡ ਤੋਂ ਦੇਖੋ ਆਈ ਥਿੰਕ SBI ਦਾ ਸਭ ਤੋਂ ਪੁਰਾਣਾ ਹੈ, ਉਹ 20% ਸਾਲਾਨਾ ਦਾ ਦੇ ਰਿਹਾ ਤੇ ਕੁਛ ਨੇ 24 ਵੀ ਦੇ ਦਿੰਦੇ ਨੇ, ਕੁਛ 27 ਤੱਕ, ਕੁਛ 30 ਤੱਕ ਵੀ ਨੇ। FD ਨਾਲ ਮਤਲਬ ਜੇ ਰਿਟਰਨ ਬੈਟਰ ਪਰ ਉਹਨਾਂ ਯਾਨੀ ਕਿ FD ਤੁਸੀਂ ਯੂਜ਼ ਕਰ ਸਕਦੇ, ਇਹ ਜੇ ਲੌਕ ਇਨ ਪੀਰੀਅਡ ਵਾਲੀ ਹੈ ਤਾਂ ਤੁਸੀਂ ਯੂਜ਼ ਨਹੀਂ ਕਰ ਸਕਦੇ। ਸੋ ਇਟ ਇਜ਼ ਆਲ ਅਬਾਊਟ ਸਟਾਰਟਿੰਗ। ਲੌਂਗ ਟਰਮ ਪੀਪਲ ਸ਼ੁੱਡ ਸਟਾਰਟ। ਇਟ ਡਜ਼ਨਟ ਮੈਟਰ ਉਹ 20 ਸਾਲ ਦੇ ਨੇ, ਉਹ 30 ਸਾਲ ਦੇ ਨੇ, 40 ਸਾਲ ਦੇ ਨੇ। ਇੱਕ 72 ਰੂਲ ਆਫ 72 ਹੈ ਕਿ ਜਿੰਨੀ ਵੀ ਰੇਟ ਆਫ ਰਿਟਰਨ ਤੁਹਾਨੂੰ ਮਿਲ ਰਹੀ ਹੈ 72 ਨੂੰ ਉਹਦੇ ਨਾਲ ਡਿਵਾਈਡ ਕਰ ਦਿਓ। ਤੁਸੀਂ ਲਾਈਫ ਸਟਾਈਲ ਹੈ ਕਿਸੇ ਤੋਂ 10 ਤੋਂ ਸਰ ਤੇ ਲੱਗੇ ਤਾਂ 1000 ਤੋਂ ਚੱਲ ਜਾਂਦਾ ਜੀ। ਉਹ ਸਾਈਕੋਲੋਜੀ ਤੁਸੀਂ ਆਪਣੇ ਪੈਸੇ ਨਾਲ ਰੱਖਣੀ ਜ਼ਰੂਰੀ ਹੈ। ਉਹ ਸੇਲਸ ਕੀ ਬਹੁਤ ਵੱਡਾ ਪੈਸਾ ਨਾ ਕਿਨੇ ਕੇ 100 ਰੁਪਏ ਤੋਂ ਸ਼ੁਰੂ ਹੁੰਦਾ, ਮੇਰਾ 30,000 ਤੋਂ ਸਿਰਫ ਸ਼ੁਰੂ ਕਰ ਲਈ, ਮੈਂ 50,000 ਤੋਂ ਸ਼ੁਰੂ ਕਰ ਲਈ। ਯਾਰ ਨਹੀਂ ਜ਼ਰੂਰਤ, ਮੈਨੂੰ ਨਹੀਂ ਚਾਹੀਦੇ ਆਪਣੇ ਰਿਟਾਇਰਮੈਂਟ 'ਚ 50 ਕਰੋੜ ਰੁਪਏ, ਮੈਂ ਨਹੀਂ ਚਾਹੀਦਾ 20 ਕਰੋੜ, ਮੈਂ ਤਾਂ ਕਰੋੜ ਤੇ ਵੀ ਖੁਸ਼ ਹੋ ਸਕਦਾ। ਐਂਡ ਦਾ ਜਿਹੜਾ ਗੋਲ ਇਹ ਹੋਣਾ ਚਾਹੀਦਾ ਕਿ ਤੁਹਾਡਾ ਲਾਈਫ ਸਟਾਈਲ ਵਧੀਆ, ਤੁਹਾਡਾ ਆਪਣਾ ਲਾਈਫ ਜੀਣ ਦਾ ਮਕਸਦ ਤੁਹਾਨੂੰ ਬੱਸ 'ਚ ਘੁੰਮ ਕੇ ਮਜ਼ਾ ਆਉਂਦਾ, ਤੁਸੀਂ ਖੁਸ਼ੀ ਨਾਲ ਉਸ ਬੱਸ 'ਚ ਬੈਠ ਕੇ ਘੁੰਮ ਸਕੋ। ਨਹੀਂ ਲੈਣੀ ਗੱਡੀ, ਕਿਸੇ ਨੂੰ ਗੱਡੀ 'ਚ ਮਜ਼ਾ ਆਉਂਦਾ, ਕਿਸੇ ਨੂੰ ਗੱਡੀ 'ਚ ਡਰਾਈਵਰ ਰੱਖਿਆ ਹੋਇਆ, ਮਤਲਬ ਮੈਂ ਦੇਖਿਆ 2-2 3-3 ਕਰੋੜ ਦੀਆਂ ਗੱਡੀਆਂ ਲੈਣਗੇ, ਆਪ ਪਿੱਛੇ ਬੈਠੇ ਨੇ, ਫਾਇਦਾ ਕੀ? ਇਸ ਨੂੰ ਪਹਿਲਾਂ ਤਾਂ ਕਹਿਣਾ ਕਿ ਮਾਈਂਡਸੈਟ ਦੇ ਵਿੱਚ you have to invest money that you don't need. ਇਨਵੈਸਟ ਨਾ ਕਰੋ। ਲੋਕਾਂ ਨੂੰ ਐ ਲੱਗਦਾ ਇਨਵੈਸਟ ਕਹਿੰਦਾ ਤਾਂ ਸਟਾਕ ਮਾਰਕੀਟ ਦੀ ਗੱਲ ਕਰਦਾ। ਆਪਣੇ ਪੈਸੇ ਨੂੰ ਕੰਮ ਤੇ ਲਾਓ। ਤੁਸੀਂ ਕਿਸ ਤਰ੍ਹਾਂ ਆਏ ਹੋ ਤੁਹਾਡਾ ਕੋਈ ਕੰਟਰੋਲ ਨਹੀਂ ਸੀ ਉਸ 'ਤੇ, ਪਰ ਤੁਸੀਂ ਇਸ ਲਾਈਫ 'ਚੋਂ ਕਿਸ ਤਰ੍ਹਾਂ ਜਾਓਗੇ ਉਸ 'ਤੇ ਤੁਹਾਡਾ ਕੰਟਰੋਲ ਹੈ। ਜੇ ਤੁਹਾਡੇ ਆਉਣ ਤੇ ਤੁਹਾਡੇ ਜਾਣ ਦੇ ਵਿੱਚ ਤੁਹਾਡੀ ਲਾਈਫ 'ਚ ਕੋਈ ਫਰਕ ਨਹੀਂ ਹੈ, ਇਟਸ ਅ ਵੇਸਟ ਆਫ ਲਾਈਫ। ਸਤਿ ਸ਼੍ਰੀ ਅਕਾਲ ਸੰਵੀਤ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਹੈ? ਬਸ ਹੋ ਗਿਆ। ਤੇ ਅੱਜ 5ਵਾਂ ਐਪੀਸੋਡ ਤੇ ਮੈਨੂੰ ਲੱਗਦਾ ਹੁਣ ਅਸੀਂ ਟਰੈਕ ਤੇ ਆਉਂਦੇ ਜਾ ਰਹੇ ਹਾਂ ਕਿ ਇਹ ਜਿਹੜੀ ਚੀਜ਼ ਆਪਾਂ ਵੈਸੇ ਇੱਕ ਐਪੀਸੋਡ ਲਈ ਕੀਤੀ ਸੀ, ਅੱਜ 5ਵੇਂ ਤੇ ਪਹੁੰਚੇ ਆ, ਤਾਂ ਮੇਨ ਇਹਦਾ ਕੀ ਸੀਗਾ ਕਿ ਇਨਵਾਇਰਮੈਂਟ, ਮਤਲਬ ਕੀ ਕਹਿੰਦਾ ਨਾ ਕਿ ਕਾਇਨਾਤ ਦੇ ਤੁਹਾਨੂੰ ਕਿਹੜੇ ਪਾਸੇ ਲਾਉਣਾ ਸੀ, ਕਿੱਧਰ ਨੂੰ ਤੁਰ ਪਿਆ। ਤੇ ਇਹ ਬੇਸਿਕਲੀ ਪੈਸੇ ਨੂੰ ਮੈਨੇਜ ਕਰਨ ਦੀ ਸੀਰੀਜ਼ ਜੀ। ਇਹਦੇ ਬਾਰੇ ਦੱਸੋ ਕਿ ਇਹ ਤੁਸੀਂ ਆਪਾਂ ਆਫ ਕੈਮਰਾ ਵੀ ਗੱਲ ਕਰ ਰਹੇ ਸੀ, ਕੀ ਹੈਗਾ ਇਹ? ਬੇਸਿਕਲੀ ਆਪਾਂ ਜਿਵੇਂ ਹੁਣ ਮੈਂ ਇੱਕ ਚੀਜ਼ ਆਪਾਂ ਇਹ ਦੱਸਣੀ ਚਾਹਾਂਗੇ ਕਿ ਇਹ ਉਹਨਾਂ ਲਈ ਨਹੀਂ ਹੈ ਜੋ ਐਕਟਿਵਲੀ ਟ੍ਰੇਡਿੰਗ ਕਰਨਾ ਚਾਹੁੰਦੇ ਨੇ। ਕੀ ਹੈ ਉਹਨਾਂ ਲਈ ਹਲੇ ਨਹੀਂ ਹੋਏਗਾ ਪੋਡਕਾਸਟ। ਅਸੀਂ ਜਨਰਲੀ ਜਿਵੇਂ ਕਹਿੰਦੇ ਨੇ ਨਾ ਇਹ ਅਮੀਰ ਆਪਣੇ ਪੈਸੇ ਨੂੰ ਕੰਮ ਲਾਉਂਦੇ ਨੇ ਜੀ, ਕਿਉਂ ਅਮੀਰ ਆਪਣੇ ਪੈਸੇ ਨੂੰ ਕੰਮ ਲਾ ਕੇ ਬਣੇ ਨੇ। ਆਪਾਂ ਇਹ ਦੱਸਣਾ ਹੈ ਕਿ ਤੁਸੀਂ ਸੇਫ ਰਹਿ ਕੇ, ਆਪਾਂ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਲੋਅਰ ਮਿਡਲ ਕਲਾਸ ਵਾਲੇ ਨੇ ਨਹੀਂ ਜ਼ਿਆਦਾ ਰਿਸਕ ਲੈ ਸਕਦੇ ਜੀ, ਤਾਂ ਕੀ ਤਰੀਕੇ ਨੇ ਅਸੀਂ ਆਪਣੇ ਪੈਸੇ ਨੂੰ ਕੰਮ ਲਾ ਸਕੀਏ ਜੀ। ਆਪਾਂ ਉਹਨਾਂ ਤੇ ਹੁਣ ਫੋਕਸ ਕਰਾਂਗੇ। ਜਿਵੇਂ ਇਨਵੈਸਟਮੈਂਟ ਦੀਆਂ ਤਰੀਕੇ ਹੁੰਦੇ ਨੇ, ਕੋਈ ਗੋਲਡ ਖਰੀਦ ਲੈਂਦਾ, ਕੋਈ ਰੀਅਲ ਏਸਟੇਟ 'ਚ ਕਰ ਲੈਂਦਾ, ਕੋਈ ਸਟਾਕਸ 'ਚ ਕਰ ਲੈਂਦਾ, ਕੋਈ ਵਿਆਜ ਤੇ ਪੈਸੇ ਦੇ ਦਿੱਤਾ। ਹਰ ਤਰੀਕਾ ਜੋ ਵੀ ਤੁਸੀਂ ਆਪਣੇ ਪੈਸੇ ਨੂੰ ਗਰੋ ਕਰਨ ਲਈ ਕਰ ਰਹੇ ਹੋ ਇਨਵੈਸਟਮੈਂਟ ਹੀ ਹੈ, ਠੀਕ ਹੈ ਨਾ ਜੀ। ਤੇ ਉਸ ਚੀਜ਼ ਦੇ ਵਿੱਚ ਆਪਾਂ ਕਰਾਂਗੇ। ਹੁਣ ਰੀਅਲ ਏਸਟੇਟ ਜਿਵੇਂ ਲੋਕੀ ਕਰਦੇ ਨੇ ਕਿਉਂਕਿ ਉਹ ਸੇਫ ਦਿਖਦਾ ਸੀ ਇੱਕ ਟਾਈਮ 'ਤੇ, ਪਰ ਜੇ ਹੁਣ ਤੁਸੀਂ ਦੇਖੋ ਉਹਦੀ ਮਾਰਕੀਟ ਫਲਕਚੁਏਸ਼ਨ ਜਿੰਨੀ ਜ਼ਿਆਦਾ ਹੁੰਦੀ ਹੈ ਕਿ ਪਤਾ ਨਹੀਂ ਕਦੋਂ ਚੜ੍ਹ ਜੇ, ਰਿਸਕ ਉਹਦੇ ਵਿੱਚ ਉਨਾ ਵੱਡਾ, ਤਾਂ ਹੀ ਤਾਂ ਹਾਇਰ ਰਿਟਰਨ ਦਾ। ਜਿੰਨਾ ਵੱਡਾ ਰਿਸਕ ਉਨੀ ਰਿਟਰਨ। ਸੈਕਿੰਡ, ਰੀਅਲ ਏਸਟੇਟ 'ਚ ਲਿਕੁਇਡਿਟੀ ਨਹੀਂ ਹੁੰਦੀ, ਜੇ ਤੁਹਾਨੂੰ ਅੱਜ ਪੈਸਾ ਚਾਹੀਦਾ ਅੱਜ ਨਹੀਂ ਮਿਲੂਗਾ ਜੀ। ਫਿਰ ਲੋਕਾਂ ਨੇ ਉਹਦੇ ਕਰਕੇ ਗੋਲਡ ਲੈਣਾ ਸ਼ੁਰੂ ਕੀਤਾ। ਦੇਖੋ ਗੋਲਡ ਸੇਫੈਸਟ ਬੈਟ ਹੁੰਦੀ ਹੈ। ਅੱਛਾ, ਦੁਨੀਆ ਦੀ ਇਕਨੋਮੀ ਗੋਲਡ ਦੇ ਸਿਰ ਤੇ ਚੱਲਦੀ ਹੈ, ਠੀਕ ਹੈ ਨਾ। ਤੇ ਉਹ ਜੋ ਗੋਲਡ ਲੈਣਾ, ਹੁਣ ਜਿਹਨੇ ਵੀ ਗੋਲਡ 'ਚ ਇਨਵੈਸਟਮੈਂਟ ਕਰਨੀ ਹੈ, ਜੋ ਜੁਐਲਰੀ ਜਾ ਕੇ ਖਰੀਦਦਾ ਹੈ ਉਹ ਇਨਵੈਸਟਮੈਂਟ ਨਹੀਂ। ਅੱਛਾ, ਉਹ ਨਹੀਂ ਹੈ। ਲੋਕੀ ਕਹਿੰਦੇ ਇਹਨੂੰ ਇਨਵੈਸਟਮੈਂਟ ਤੁਸੀਂ ਕਹਿ ਹੀ ਨਹੀਂ ਸਕਦੇ। ਰੀਜ਼ਨ ਮੀਨਿੰਗ ਤੁਸੀਂ ਮਿਨੀਮਮ 10% 20% ਤੱਕ ਮੇਕਿੰਗ ਚਾਰਜਸ ਦਿੰਦੇ ਹੋ, ਠੀਕ ਹੈ ਨਾ। ਹੁਣ ਜਿਹੜੇ ਉਹ ਮੇਕਿੰਗ ਚਾਰਜਸ ਨੇ ਉਹ ਕਾਸਟ ਤਾਂ ਉਹਦੇ 'ਚ ਹੀ ਆ ਰਹੀ ਹੈ। ਤੁਸੀਂ ਲੱਖ ਰੁਪਏ ਦਾ ਸੋਨਾ ਖਰੀਦ ਕੇ ਲਿਆਏ, ਸੋ ਕਾਲਡ ਜੁਐਲਰੀ ਲੈ ਕੇ ਆਏ ਜੀ, ਉਸ 'ਤੇ ਜੇ 20% ਚਾਰਜਸ ਸੀਗੇ, ਮਤਲਬ ਉਹ ਰਫਲੀ 80,000 ਰੁਪਏ ਦਾ ਹੋਇਆ। ਤੁਸੀਂ 80,000 ਰੁਪਏ ਦਾ ਸੋਨੇ ਦੀ ਵਰਥ ਲੈ ਕੇ ਆਏ ਹੋ। ਸੋਨਾ ਹੁਣ ਜਾ ਕੇ ਕਿਤੇ ਇਨਕਰੀਜ਼ ਹੋਇਆ ਇੱਕਦਮ,
ਕੁਝ ਹੋਰ ਫੈਕਟਰਸ ਵੀ ਸੀਗੇ, ਅਨਸਰਟਨਟੀ ਸੀਗੀ ਤਾਂ ਵਧ ਗਿਆ। ਨਹੀਂ ਜੇ ਤੁਸੀਂ ਅੱਜ ਤੱਕ ਟਰੈਕ ਰਿਕਾਰਡ ਦੇਖੋਗੇ ਤਾਂ ਕਿੰਨੀ ਦੇਰ ਲੱਗ ਜਾਂਦੀ ਹੈ ਸੋਨੇ ਨੂੰ 10-20% ਗਰੋ ਕਰਨ ਲਈ। ਤੇ ਜੇ ਉਹ 5 ਸਾਲ ਜਾਂ 10 ਸਾਲ ਬਾਅਦ 20% ਗਰੋ ਕਰਦਾ ਤੇ ਤੁਸੀਂ 10 ਸਾਲ ਪਹਿਲਾਂ ਸੋਨਾ ਖਰੀਦਿਆ ਹੋਇਆ, ਜੁਐਲਰੀ ਖਰੀਦੀ ਹੋਈ ਸੀ, ਤਾਂ ਉਹਦੀ ਗਰੋਥ ਹੀ ਨਹੀਂ ਹੋਈ ਹੈ ਕਿਉਂਕਿ ਤੁਸੀਂ ਤਾਂ ਪਹਿਲਾਂ ਹੀ 20% ਦਾ ਨੁਕਸਾਨ ਕਰਕੇ ਆਏ ਹੋ। ਬਿਲਕੁਲ। ਤੇ ਜੇ ਤੁਸੀਂ 골ਡ ਦੇ ਵਿੱਚ ਕਰਨਾ ਹੈ, ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਥੋੜ੍ਹਾ ਜਿਹਾ 골ਡ ETF ਜਾਂ 골ਡ ਦੇ ਆਨਲਾਈਨ 골ਡ, ਡਿਜੀਟਲ 골ਡ ਸਮਝ ਆਉਂਦਾ। 올ਡ ਜਿਹੜੇ ਪਿਛਲੀ ਜਨਰੇਸ਼ਨ ਹੈ ਜੀ ਉਹਨੂੰ ਸਮਝ ਆਉਂਦਾ, ਸਿੱਕਾ ਲੈ ਲਓ, ਬਾਹਰ ਲੈ ਲਓ, ਉਸ ਤੇ 4 ਜਾਂ 5% ਲੈਂਦੇ ਨੇ, ਵਿਚ ਇਜ਼ ਵੈਰੀ ਮਿਨੀਮਮ। ਕਿਤੇ 20% ਕਿਤੇ 5%, ਕਿਤੇ 20 ਕਿਤੇ 5, 20 ਤਾਂ ਗਰੋਥ ਹੀ ਨਹੀਂ ਹੋਣੀ ਨਾ। ਤੁਸੀਂ ਉਹ ਫਿਰ ਉਹਨੂੰ ਇਨਵੈਸਟਮੈਂਟ ਦੇ ਵਿੱਚ ਮੰਨੋ, ਠੀਕ ਹੈ। ਫਿਰ ਆ ਜਾਂਦੇ ਸਟਾਕਸ, ਲੋਕੀ ਖਰੀਦ ਲੈਂਦੇ ਨੇ। ਹੁਣ ਸਟਾਕਸ ਵਗੈਰਾ ਦੇ ਵਿੱਚ ਇੱਕ ਹੋਰ ਚੀਜ਼ ਆਉਂਦੀ ਹੈ ਜੀ, ਮਿਊਚੁਅਲ ਫੰਡ, ਸਭ ਤੋਂ ਜ਼ਿਆਦਾ ਫੇਮਸ, ਸਭ ਤੋਂ ਜ਼ਿਆਦਾ ਪੁਰਾਣੀ। ਅੱਜ ਆਪਾਂ ਇਹਦੇ ਤੇ ਗੱਲ ਕਰਨੀ। ਅੱਜ ਆਪਾਂ ਮਿਊਚੁਅਲ ਫੰਡਸ ਬਾਰੇ ਗੱਲ ਕਰਾਂਗੇ। ਇੱਕ ਤੁਸੀਂ ਇਹ ਵੀ ਦੱਸ ਦਿਓ ਕਿ ਜਿਹੜੀ ਇਹ ਸੀਰੀਜ਼ ਹੈ, ਜਿੱਦਾਂ ਆਪਾਂ ਪਹਿਲੇ 3-4 ਐਪੀਸੋਡ ਆਪਾਂ ਟ੍ਰੇਡਿੰਗ ਦੀ ਗੱਲ ਕੀਤੀ ਹੈ, ਸੋ ਇਹਦਾ ਮਕਸਦ ਇਹ ਨਹੀਂ ਕਿ ਅਸੀਂ ਟ੍ਰੇਡਿੰਗ ਮਤਲਬ ਪ੍ਰੋਪਰ ਉਹਦੀ ਡੀਪ ਸਟੱਡੀ ਕਰਾ ਰਹੇ ਹਾਂ, ਅਸੀਂ ਓਵਰਵਿਊ ਦੇਣਾ ਸੀ, ਤੁਸੀਂ ਉਹ ਦਿੱਤਾ ਕਿ ਕਿਵੇਂ ਹੁੰਦਾ ਹੈ। ਪਿਛਲੇ ਦਾ ਕਾਰਨ ਕੀ ਹੈ ਕਿ ਜਦ ਵੀ ਤੁਸੀਂ ਮਿਊਚੁਅਲ ਫੰਡ ਦੇਖੋ, ਕਿਤੇ ਵੀ ਕੋਈ ਵੀ ਪੈਸਾ ਲੱਗੇਗਾ ਨਾ, ਘੁਮਾ ਫਿਰਾ ਕੇ ਮਾਰਕੀਟ 'ਚ ਹੀ ਆਉਣਾ ਜੀ। ਬੈਂਕ 'ਚ FD ਕਰਾਉਂਦੇ ਹੋ, ਬੈਂਕ ਤੁਹਾਡੇ ਪੈਸੇ ਲੈ ਕੇ ਉੱਥੇ ਇਨਵੈਸਟ ਕਰਦੀ ਹੈ। LIC ਕਰਾਉਂਦੇ ਹੋ, LIC ਪੈਸੇ ਲੈ ਕੇ ਇਨਵੈਸਟ ਕਰਦੀ ਹੈ। ਜਿਨ੍ਹਾਂ ਨੂੰ LIC ਵਗੈਰਾ ਦਾ ਨਹੀਂ ਪਤਾ, ਉਹ ਜਾ ਕੇ ਸਕਰੀਨਰ ਮੈਂ ਦੱਸਿਆ ਥੱਲੇ ਜਾ ਕੇ ਦੇਖਣਾ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ, ਤੁਹਾਨੂੰ ਦਿਖੇਗੀ LIC ਦੇ ਇਨਵੈਸਟਮੈਂਟ ਪੋਰਟਫੋਲੀਓਜ਼ ਦਿਖਣਗੇ। ਸਾਰਾ ਪੈਸਾ ਤੁਸੀਂ ਜਿਵੇਂ ਮਰਜ਼ੀ ਕਰਨਾ ਹੈ, ਫੜ ਲਓ, ਜਿਵੇਂ ਮਰਜ਼ੀ ਫੜ ਲਓ, ਪੈਸਾ ਜਾਣਾ ਉੱਥੇ ਹੀ ਹੈ। ਉਹ ਗਵਰਨਮੈਂਟ ਵੀ ਉੱਥੇ ਲਗਾਉਂਦੀ ਹੈ, ਗਵਰਨਮੈਂਟ ਸਕੀਮਸ ਵੀ ਉੱਥੇ ਵਧਾਉਂਦੀ ਹੈ, ਸਭ ਉੱਥੋਂ ਵਧਾਉਂਦੇ ਨੇ। ਤਾਂ ਮਾਰਕੀਟ ਨੂੰ ਸਮਝਣਾ, ਇੱਕ ਬੇਸ ਕਰਨਾ ਕਿ ਕੀ ਹੈ ਉਹ, ਇੱਕ ਸਿਨੈਰੀਓ ਸਮਝ ਆਉਣ ਲਈ ਆਪਣੇ ਪਿਛਲੇ 4 ਲੈਕਚਰ ਆਈ ਥਿੰਕ ਬਹੁਤ ਸੀਗੇ ਵੀਡੀਓ ਦੇ ਵਿੱਚ, ਉਹ ਇੱਕ ਸੋਰਸ ਜਾਂ ਇੱਕ ਬੇਸ ਸਮਝਾ ਦੇਣਗੇ ਕਿ ਉਹ ਦੇਖ ਕੇ ਲੋਕਾਂ ਨੂੰ ਐ ਨਾ ਲੱਗੇ ਪਤਾ ਨਹੀਂ ਕੀ ਹੋ ਰਿਹਾ ਜੀ। ਹੁਣ ਉਸ ਤੋਂ ਅਗਲਾ ਸਟੈਪ ਆਉਂਦਾ ਜਿਵੇਂ ਮਿਊਚੁਅਲ ਫੰਡ ਹੈ, ਪਿਛਲੀਆਂ ਚੀਜ਼ਾਂ ਇਹਦੇ ਵਿੱਚ ਵੀ ਯੂਜ਼ ਹੋਣਗੀਆਂ। ਐਕਟਿਵਲੀ ਜਿਹੜੇ ਟ੍ਰੇਡ ਕਰ ਰਹੇ ਨੇ, ਜਿਹੜੇ ਰੋਜ਼ ਕਹਿੰਦੇ ਨੇ ਅੱਜ ਮੈਂ ਬੈਠੂੰਗਾ, ਮੈਂ ਸਟਾਕਸ ਖਰੀਦੂੰਗਾ, ਵੇਚੂੰਗਾ, ਅੱਜ ਕਰੂੰਗਾ, ਉਹਨਾਂ ਲਈ ਹਾਲੇ ਬਹੁਤ ਜ਼ਿਆਦਾ ਅਲੱਗ ਨੌਲੇਜ ਹੈ, ਜੋ ਇਨ ਫਿਊਚਰ ਜੇ ਆਪਾਂ ਨੂੰ ਲੱਗਿਆ ਰਿਸਪੌਂਸ ਸਮਝ ਆਵੇ ਤਾਂ ਆਪਾਂ ਟਰਾਈ ਕਰਾਂਗੇ ਕਿ ਉਹ ਆਪਾਂ ਇਹਦੇ ਵਿੱਚ ਇਨਕਲੂਡ ਕਰ ਸਕੀਏ। ਬਿਲਕੁਲ। ਪਰ ਮੈਨੂੰ ਲੱਗਦਾ ਆਮ ਐਜ਼ ਏ ਲੇਮੈਨ ਜਿਹੜੇ ਲੋਕ ਪੈਸਾ ਜਿਹਨਾਂ ਤੋਂ ਥੋੜ੍ਹਾ ਆ ਵੱਧ ਹੈ, ਘੱਟ ਹੈ, ਤਾਂ ਉਹ ਜੇ ਉਹਨਾਂ ਨੂੰ ਮਤਲਬ ਇਨਵੈਸਟ ਕਰਨਾ ਚਾਹੁੰਦੇ, ਮਤਲਬ ਮੈਨੂੰ ਲੱਗਦਾ ਕਿ ਇਹ ਓਵਰਵਿਊ ਦੇਊਗਾ। ਇਹ ਓਵਰਵਿਊ ਦੇਊਗਾ। ਦੇਖੋ, ਹਰ ਤਰ੍ਹਾਂ ਦੀ ਇਨਵੈਸਟਮੈਂਟ ਦੇ ਵਿੱਚ ਆਪਸ਼ਨ ਹੈ, ਹਰ ਤਰ੍ਹਾਂ ਦੇ ਵਿੱਚ ਅਸੀਂ ਲਗਾ ਸਕਦੇ। ਜਿਹਨਾਂ ਕੋਲ ਬਹੁਤ ਥੋੜ੍ਹਾ ਪੈਸਾ ਹੈ, ਜਿਹਨਾਂ ਕੋਲ ਥੋੜ੍ਹਾ ਜਿਹਾ ਜ਼ਿਆਦਾ ਹੈ, ਜਾਂ ਜਿਹੜੇ ਹਾਲੇ ਸ਼ੁਰੂ ਕਰ ਰਹੇ ਨੇ, ਉਹਨਾਂ ਲਈ ਇਹ ਇੱਕ ਪਾਥਵੇ ਦਿਖ ਜੂਗਾ ਕਿ ਅਸੀਂ ਕੀ ਕਰ ਸਕਦੇ ਜੀ, ਠੀਕ ਹੈ ਨਾ। ਹੁਣ ਮਿਊਚੁਅਲ ਫੰਡਸ ਦੇ ਵਿੱਚ ਜਿਵੇਂ ਹੈਗਾ, ਮਿਊਚੁਅਲ ਫੰਡਸ ਕਈ ਤਰ੍ਹਾਂ ਦਾ ਹੁੰਦਾ। ਮਿਊਚੁਅਲ ਫੰਡ ਬੇਸਿਕਲੀ ਹੈ ਕਿ ਅਸੀਂ ਬਹੁਤ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਬਹੁਤ ਮਹਿੰਗੀਆਂ ਹੋ ਚੁੱਕੀਆਂ, ਅਸੀਂ ਉਹਨਾਂ ਨੂੰ ਸਿੱਧਾ ਨਹੀਂ ਖਰੀਦ ਸਕਦੇ ਉਹਨਾਂ ਦੇ ਸਟਾਕ। ਤਾਂ ਇਹ ਕੀ ਹੈ ਕਿ ਬਹੁਤ ਸਾਰੇ ਪੈਸਾ, ਬਹੁਤ ਸਾਰੇ ਲੋਕ ਥੋੜਾ ਪੈਸਾ ਦਿੰਦੇ ਨੇ, ਉਹ ਇਕੱਠਾ ਹੋ ਜਾਂਦਾ, ਉਹਦੇ ਨਾਲ ਇੱਕ ਫੰਡ ਮੈਨੇਜਰ ਬਣਦਾ, ਜਿਹਨੂੰ ਉਹ ਪੈਸੇ ਦਿੱਤੇ ਜਾਂਦੇ ਨੇ। ਅੱਛਾ, ਫੰਡ ਮੈਨੇਜਰ ਬਣਦਾ, ਉਹ ਫਿਰ ਉਹ ਪੈਸੇ ਤੁਹਾਡੇ ਏਵਜ਼ ਦੇ ਵਿੱਚ ਉਹਨਾਂ ਦੇ ਵਿੱਚ ਲਗਾਉਂਦਾ, ਠੀਕ ਹੈ ਨਾ। ਤਾਂ ਬੇਸਿਕਲੀ ਤੁਸੀਂ ਮਾਰਕੀਟ ਦੇ ਵਿੱਚ ਘੱਟ ਪੈਸੇ ਨਾਲ ਐਂਟਰੀ ਕਰ ਸਕਦੇ ਹੋ, ਤੇ ਮਾਰਕੀਟ ਦੀ ਗਰੋਥ ਵਗੈਰਾ ਦੇ ਵਿੱਚ ਤੁਸੀਂ ਕਰ ਸਕਦੇ। ਹੁਣ ਮਿਊਚੁਅਲ ਫੰਡ ਦੇ ਵਿੱਚ ਜਿਹੜਾ ਅਸੀਂ ਮਿਊਚੁਅਲ ਫੰਡ ਲੈਂਦੇ ਹਾਂ, ਉਹ ਕੀ ਹੈ, ਉਹ ਇੱਕ ਪੂਰੀ ਪੋਰਟਫੋਲੀਓ ਹੈ। ਉਹ ਪੋਰਟਫੋਲੀਓ ਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ, ਉਹਦੀ ਇੱਕ NAV ਹੁੰਦੀ ਹੈ, ਨੈਟ ਐਸੈਟ ਵੈਲਿਊ, ਕਿ ਉਹਦੀ ਕੀ ਪ੍ਰਾਈਸ ਹੈ, ਓਕੇ ਜੀ। ਹੁਣ ਅਸੀਂ ਮਿਊਚੁਅਲ ਫੰਡ ਨੂੰ ਕਿਵੇਂ ਦੇਖਦੇ ਹਾਂ, ਅਸੀਂ ਇਹ ਦੇਖਣਾ ਹੁੰਦਾ ਕਿ ਉਹਨਾਂ ਨੇ ਪਿਛਲੇ 5 ਸਾਲ 'ਚ ਜਿੰਨਾ ਟਰੈਕ ਹੈ ਉਹਦੇ 'ਚ ਕਿਹੋ ਜਿਹੀ ਗਰੋਥ ਕੀਤੀ ਹੈ। ਸੈਕਿੰਡ, ਉਹ ਕਿੰਨਾ ਡਾਇਵਰਸੀਫਾਈਡ ਹੈ, ਉਹ ਕਿਹੋ ਜਿਹੀਆਂ ਕੰਪਨੀਜ਼ ਨੂੰ ਹੋਲਡ ਕਰਦਾ, ਉਹ ਕੀ ਰਿਪਰੈਜ਼ੈਂਟ ਕਰਦੇ ਆ, ਐਕਸਿਸ ਟੌਪ 50 ਆਉਂਦਾ ਹੈ, ਨਿਫਟੀ 50 ਆਉਂਦਾ, ਐਵੇਂ ਦੇ ਉੱਪਰ ਨਾਮ ਲਿਖਿਆ ਹੁੰਦਾ, ਉਹ ਡਿਫਾਈਨ ਕਰਦੇ ਨੇ। ਐਨੀਵੇ ਆਪਣਾ ਗੱਲ ਹੈ ਲਾਰਜ ਕੈਪ ਫੰਡ। ਲਾਰਜ ਕੈਪ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਸੀਗਾ, ਕੰਪਨੀ ਨੇ ਲਾਰਜ, ਮਿਡ ਤੇ ਸਮਾਲ ਕੈਪ, ਇਹਦੇ ਵਿੱਚ ਵੀ ਉਦਾਂ ਹੀ ਮਤਲਬ ਬੇਸਿਕਲੀ ਕੈਟੇਗਰੀ ਉਹੀ ਹੈ। ਇਹਨਾਂ ਨੇ ਉਹਨੂੰ ਲਾਰਜ ਕੈਪ ਦਾ ਨਾਮ ਦਿੱਤਾ ਕਿ ਉਹ ਜਿਹੜੇ ਲਾਰਜ ਕੈਪ ਕੰਪਨੀਜ਼ ਹੈ, ਇਹ ਉਹਦੇ ਵਿੱਚ ਹੀ ਇਨਵੈਸਟ ਕਰ ਰਹੇ ਨੇ। ਤੇ ਹੁਣ ਇਹ ਫੰਡ ਮੈਨੇਜਰ ਜਨਰਲੀ ਕੀ ਕਰਦੇ ਨੇ ਕਿ ਉਹ 50 ਕੰਪਨੀਜ਼ ਲੈ ਲਈਆਂ, 50 ਕੰਪਨੀਜ਼ ਜੋ ਸਭ ਤੋਂ ਟੌਪ ਤੇ ਆ ਉਹਦਾ ਜ਼ਿਆਦਾ ਸ਼ੇਅਰ, ਪਰ ਜਿਵੇਂ ਉਹ ਘਟ ਰਿਹਾ ਹੋਊਗਾ ਉਹਦੀ ਸ਼ੇਅਰ ਘਟਾਉਂਦੇ ਰਹਿੰਦੇ। ਤਾਂ ਟੌਪ 50 ਕੰਪਨੀਜ਼ ਦੇ ਵਿੱਚ ਤੁਹਾਡਾ ਪੈਸਾ ਇਨਵੈਸਟ ਕਰ ਰਹੇ, ਤੁਸੀਂ 1000 ਰੁਪਏ ਦਿੱਤਾ, ਇਹ ਇੱਕ ਅਮਾਊਂਟ ਆ ਜਾਂਦੀ ਹੈ ਕਿ ਲਮਸਮ ਕਰਨਾ ਜੀ, ਮੈਂ ਤਾਂ 10,000 ਹੀ ਲਾਣਾ ਜੀ, ਜਾਂ ਤੁਸੀਂ ਸਿਪ ਸ਼ੁਰੂ ਕਰਨੀ ਹੈ ਤਾਂ 1000 ਰੁਪਏ ਮਹੀਨੇ ਦਾ ਪਾਉਣਾ ਸ਼ੁਰੂ ਕਰਤਾ, ਤਾਂ ਉਹ ਕੀ ਕਰਦਾ, ਹਰ ਮਹੀਨੇ
ਯੂਨਿਟਸ ਖਰੀਦ ਲੈਂਦੇ ਨੇ ਉਨੇ ਹਿੱਸੇ ਦੇ, ਜੀ ਤਾਂ ਐਂਟਰੀ ਤੁਹਾਡੀ ਘੱਟ ਪੈਸੇ ਨਾਲ ਹੋਊਗੀ। ਕਿੱਥੇ ਤੁਸੀਂ 50 ਕੰਪਨੀ 'ਚ ਕੱਲੀ ਖਰੀਦਦੇ ਹੋ 16 ਪੋਸੀਬਲ ਹੀ ਰਿਲਾਇੰਸ ਕਿੰਨੇ ਕੀ, ਤਾਂ ਬਹੁਤ ਸਾਰਾ ਪੈਸਾ ਚਾਹੀਦਾ। ਇੱਥੇ ਤੁਸੀਂ ਛੋਟੇ ਜਿਹੇ ਅਮਾਊਂਟ ਦੇ ਵਿੱਚ ਐਂਟਰ ਕਰਕੇ ਤੁਸੀਂ ਉਹੋ ਜਿਹੀ ਗੇਨਸ ਲਓਗੇ ਜੋ ਮਾਰਕੀਟ ਦੇ ਵਿੱਚ ਉਹਨਾਂ ਦਾ ਜਿਵੇਂ ਉਹਨਾਂ ਦੀ ਰਿਟਰਨ ਰਹੂਗੀ ਉਵੇਂ ਹੀ ਤੁਹਾਡੀ ਰਿਟਰਨ ਰਹੂ। ਤਾਂ ਤੁਸੀਂ ਮਿਊਚੁਅਲ ਫੰਡ ਸਿਲੈਕਟ ਕਰਨ ਦਾ ਉਹਦੀ NAV ਵੈਲਿਊ ਤੇ ਉਹਨਾਂ ਦੀ ਐਨੂਅਲ ਰਿਟਰਨਸ ਪਿਛਲੇ 5 ਸਾਲ ਤੋਂ ਉਹਨਾਂ ਨੇ ਕਿਹੋ ਜਿਹੀ ਰਿਟਰਨ ਦਿੱਤੀਆਂ, ਕਿਹੋ ਜਿਹਾ ਉਹਨਾਂ ਦਾ ਟਰੈਕ ਰਿਕਾਰਡ ਰਿਹਾ, ਔਰ ਜੋ ਕੰਪਨੀਜ਼ ਦੇ ਰਹੇ ਨੇ ਜਾਂ ਜੋ ਕੰਪਨੀਜ਼ ਉਹਦੇ ਵਿੱਚ ਨੇ ਕਿਆ ਉਹਨਾਂ ਦੀ ਕੋਈ ਵੈਲਿਊ ਹੈ ਜਾਂ ਕਿਆ ਉਹ ਕੰਪਨੀਜ਼ ਅੱਛੀਆਂ ਨੇ, ਇਹ ਸਾਰਾ ਕੁਝ ਚੈੱਕ ਕਰਕੇ ਇੱਕ ਬੜਾ ਬੇਸਿਕ ਜਿਹਾ ਫੰਡਾ ਬਣ ਜਾਂਦਾ ਕਿ ਮਿਊਚੁਅਲ ਫੰਡ ਕਿਵੇਂ ਲੱਭਿਆ ਜਾਊ। ਠੀਕ ਹੈ ਜੀ। ਹੁਣ ਇੱਕ ਮਿਊਚੁਅਲ ਫੰਡ ਦੇ ਵਿੱਚ ਚੀਜ਼ ਉਹ ਹੁੰਦੀ ਹੈ, ਮਿਊਚੁਅਲ ਫੰਡ ਦਾ ਜਿਹੜਾ ਤੁਸੀਂ ਖਰੀਦਦੇ ਹੋ ਨਾ, ਜੇ ਤੁਸੀਂ ਲੈਟਸ ਸੇ ਤੁਸੀਂ ਸਵੇਰੇ ਆਰਡਰ ਲਗਾਇਆ ਕਿ ਅੱਜ ਮੈਂ ਮਿਊਚੁਅਲ ਫੰਡ ਖਰੀਦਣਾ, ਅੱਜ ਸਵੇਰੇ ਉਹਦੀ NAV 210 ਰੁਪਏ ਹੈ ਲੈਟਸ ਸੇ। ਹੁਣ ਉਹ ਜਿਹੜੀ ਐਗਜ਼ੀਕਿਊਸ਼ਨ ਹੈ ਨਾ ਉਹ ਐਂਡ ਆਫ ਦਾ ਡੇ ਮਾਰਕੀਟ ਦੇ ਹੁੰਦੀ ਹੈ, 3:30 ਵਜੇ ਜੋ ਉਹਦੀ ਪ੍ਰਾਈਸ ਹੋਊਗੀ ਉਸ ਤੇ ਐਗਜ਼ੀਕਿਊਟ ਹੋਊਗਾ। ਅੱਛਾ ਓਕੇ। ਇਹ ਮਿਊਚੁਅਲ ਫੰਡ ਦਾ ਇੱਕ ਛੋਟਾ ਜਿਹਾ ਡਰਾਬੈਕ ਹੁੰਦਾ। ਓਕੇ ਜੇ ਐਂਡ ਆਫ ਦਾ ਡੇ ਤੇ ਗਿਰ ਗਈ ਤਾਂ ਤੁਹਾਡਾ ਫਾਇਦਾ ਉਹਨਾਂ ਸਸਤਾ ਮਿਲੂਗਾ, ਜੇ ਵੱਧ ਗਿਆ ਤਾਂ ਉਹ ਤੁਹਾਨੂੰ ਉਹਨਾਂ ਮਹਿੰਗਾ ਵੀ ਮਿਲ ਸਕਦਾ। ਠੀਕ। ਮਿਊਚੁਅਲ ਫੰਡ ਹਮੇਸ਼ਾ ਐਂਡ ਆਫ ਦਾ ਡੇ ਤੇ ਕਲੋਜ਼ ਹੁੰਦਾ ਤੁਹਾਡੇ ਲਈ। ਤੇ ਇੱਕ ਮੈਨੂੰ ਇਹ ਚੀਜ਼ ਦੱਸੋ ਕਿ ਇਹ ਕਿਹਨਾਂ ਲਈ ਹੈ ਮਿਊਚੁਅਲ ਫੰਡ? ਹਰ ਕਿਸੇ ਲਈ ਹੈ। ਅੱਛਾ ਇਹ ਹਰ ਕਿਸ ਇਹ ਉਹਨਾਂ ਲਈ ਹੈ ਮਿਊਚੁਅਲ ਫੰਡ। ਤੁਸੀਂ ਆਪਾਂ ਇੱਕ ਦੂਸਰੇ ਐਗਜ਼ਾਮਪਲ ਲੈਂਦੇ ਹਾਂ, ਮਿਊਚੁਅਲ ਫੰਡ ਜਿਵੇਂ ਹੋ ਗਿਆ, ਆਪਾਂ ਇੱਥੋਂ ਲੈਟਸ ਸੇ ਚੰਡੀਗੜ੍ਹ ਜਾਣਾ, ਠੀਕ ਹੈ ਨਾ, ਸਟਾਕ ਮਾਰਕੀਟ ਇਨਵੈਸਟਮੈਂਟ ਹੋ ਗਈ ਕਿ ਮੈਂ ਆਪਣੀ ਗੱਡੀ ਕੱਢੀ, ਆਪ ਚਲਾ ਕੇ ਆਪ ਰੂਟ ਡਿਸਾਈਡ ਕੀਤਾ ਔਰ ਮੈਂ ਆਪ ਜਾ ਰਿਹਾ, ਠੀਕ ਹੈ। ਮਿਊਚੁਅਲ ਫੰਡ ਹੋ ਗਿਆ ਕਿ ਮੈਂ ਇੱਕ ਡਰਾਈਵਰ ਨੂੰ ਹਾਇਰ ਕੀਤਾ, ਉਹੀ ਡਿਸਾਈਡ ਕਰ ਰਿਹਾ ਕੀ ਰੂਟ ਹੈ, ਉਹੀ ਡਿਸਾਈਡ ਕਰ ਰਿਹਾ ਕਿ ਅਸੀਂ ਕਿਵੇਂ ਪਹੁੰਚਾਂਗੇ ਉੱਥੇ। ਓਕੇ। ਤਾਂ ਬੇਸਿਕਲੀ ਪਹੁੰਚ ਅਸੀਂ ਉੱਥੇ ਹੀ ਰਹੇ ਹਾਂ। ਇਹਦੇ ਸਟਾਕ ਮਾਰਕੀਟ ਜਦੋਂ ਤੁਸੀਂ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਖੁਦ ਇਨਵੋਲਵ ਹੋਣਾ ਪੈਂਦਾ। ਜੋ ਲੋਕ ਐਕਟਿਵਲੀ ਨਹੀਂ ਇਨਵੋਲਵ ਹੋਣਾ ਚਾਹੁੰਦੇ, ਜਿਹਨਾਂ ਕੋਲ ਟਾਈਮ ਨਹੀਂ ਹੈ ਜਾਂ ਜਿਹਨਾਂ ਕੋਲ ਨਹੀਂ ਦੇਣਾ ਚਾਹੁੰਦੇ, ਉਹ ਆਪਣੀ ਬ੍ਰੇਨ ਪਾਵਰ ਇੱਥੇ ਨਹੀਂ ਲਾਉਣਾ ਚਾਹੁੰਦੇ, ਉਹਨਾਂ ਲਈ ਮਿਊਚੁਅਲ ਫੰਡ ਹੈ। ਵੀ ਬੇਸਿਕਲੀ ਕੰਮ ਉਹੀ ਹੋ ਰਿਹਾ, ਇਹ ਤੁਸੀਂ ਕਿਸੇ ਦੇ ਹੈਲਪ ਤੇ ਕਰਾ ਰਹੇ ਹੋ, ਉਹ ਤੁਸੀਂ ਖੁਦ। ਫੰਡ ਮੈਨੇਜਰ ਜਿਹੜੀ ਗੱਲ ਹੈ ਉਹ ਮੈਨੇਜ ਸਾਨੂੰ ਫੰਡ ਮੈਨੇਜਰ ਵੀ ਐ ਨਹੀਂ ਹੈ ਕਿ ਕਿਸੇ ਨੂੰ ਵੀ ਬਣਾ ਦਿੰਦੇ ਨੇ। ਫੰਡ ਮੈਨੇਜਰ ਬਣਨ ਦੇ ਵੀ ਅਲੱਗ-ਅਲੱਗ ਲੈਵਲ ਨੇ, ਬਹੁਤ ਸਾਰੇ ਲਾਇਸੈਂਸਿਸ ਤੇ ਬਹੁਤ ਕੁਝ ਲੱਗਦਾ ਇੱਕ ਫੰਡ ਮੈਨੇਜਰ ਬਣਨ ਦੇ। ਐਕਸਪੀਰੀਐਂਸਿਸ ਹੁੰਦੇ ਦੋ, ਮਤਲਬ ਕਈਆਂ ਦਾ ਐਕਸਪੀਰੀਐਂਸ ਤੁਹਾਡੇ ਨਾਲ, ਜਿਵੇਂ ਕੁਝ ਲੋਕ ਅਲੱਗ ਤਰੀਕੇ ਦੀਆਂ ਕੰਪਨੀਆਂ ਖਰੀਦਦੇ ਨੇ, ਕੁਝ ਅਲੱਗ ਹੁੰਦੇ ਨੇ, ਕਿਉਂਕਿ ਹਰ ਕਿਸੇ ਦੇ ਆਪਣੇ ਮਾਈਂਡਸੈਟ ਨਾਲ ਹੀ ਕੰਮ ਕਰਨਾ ਹੋਣਾ। ਤਾਂ ਉਹੀ ਉਸੇ ਕਰਕੇ ਕੀ ਕੰਪਨੀਆਂ, ਕੀ ਸੈਕਟਰ, ਕੀ ਅਪਰੋਚ, ਇਹ ਤੁਸੀਂ ਇੱਕ ਬੇਸਿਕ ਮਿਊਚੁਅਲ ਫੰਡ ਦੇ ਵਿੱਚ ਦੇਖਣਾ। ਓਕੇ ਠੀਕ ਹੈ ਜੀ। ਹੁਣ ਮਿਊਚੁਅਲ ਫੰਡ ਦੇ ਨਾਲ ਇੱਕ ਹੁੰਦਾ ਮਿਊਚੁਅਲ ਫੰਡ, ਅਗਲਾ ਇਹਦੇ ਵਿੱਚ ਆਉਂਦਾ ETF। ਓਕੇ। ETF ਸੇਮ ਚੀਜ਼ ਹੈ, ਉਹ ਹੁੰਦੀ ਐਕਸਚੇਂਜ ਟ੍ਰੇਡਡ ਫੰਡਸ। ਓਕੇ। ਉਹ ਚੀਜ਼ ਹੈ ਜੋ ਤੁਸੀਂ ਇੰਸਟੈਂਟਲੀ ਬਾਈ ਸੈਲ ਕਰ ਸਕਦੇ ਹੋ। ਮਤਲਬ ਜਿਵੇਂ ਅਸੀਂ ਸਟਾਕ ਖਰੀਦਦੇ ਵੇਚਦੇ ਹਾਂ, ਉਵੇਂ ETF ਫੰਡਸ ਹੁੰਦੇ ਨੇ, ਐਕਸਚੇਂਜ ਟ੍ਰੇਡਡ ਫੰਡਸ ਹੁੰਦੇ ਨੇ, ਜੋ ਤੁਸੀਂ ਚੱਲਦੇ ਬਾਜ਼ਾਰ ਦੇ ਵਿੱਚ ਹੀ ਉਦੋਂ ਹੀ ਖਰੀਦ ਸਕਦੇ ਹੋ, ਉਦੋਂ ਹੀ ਆਰਡਰ ਐਗਜ਼ੀਕਿਊਟ ਹੋ ਜਾਊਗਾ ਔਰ ਉਦੋਂ ਹੀ ਵੇਚ ਸਕਦੇ। ਅੱਛਾ ਹਾਂਜੀ। ਤਾਂ ਇਹ ਦੋ ਤਰ੍ਹਾਂ ਦੇ ਫੰਡਸ ਦੇ ਵਿੱਚ ਆ ਜਾਂਦਾ ਹੈ। ਹੁਣ ਜਿਹੜਾ ਮਿਊਚੁਅਲ ਫੰਡ ਹੈ ਉਹਦੇ ਵਿੱਚ ਅਲੱਗ-ਅਲੱਗ ਕੈਟੇਗਰੀਜ਼ ਬਣਾਈਆਂ ਨੇ। ਇੱਕ ਹੁੰਦੇ ਨੇ ਇਕੁਇਟੀ ਫੰਡਸ, ਇੱਕ ਹੁੰਦੇ ਨੇ ਡੈਟ ਫੰਡਸ, ਫਿਰ ਆਉਂਦੇ ਨੇ ਹਾਈਬ੍ਰਿਡ ਫੰਡਸ। ਠੀਕ ਹੈ ਜੀ। ਜਿਹੜੇ ਇਕੁਇਟੀ ਫੰਡਸ ਹੈ ਉਹਨਾਂ ਤੇ ਲਿਖਿਆ ਹੋਊਗਾ, ਤੁਸੀਂ ਜੇ ਪੜ੍ਹੋਗੇ ਨਾ ਤਾਂ ਉਹਨਾਂ ਤੇ ਲਿਖਿਆ ਹੋਊਗਾ ਕਿ ਐਕਸਿਸ ਇਕੁਇਟੀ ਫੰਡ ਦੇ ਟੌਪ 50 ਵਾਟਐਵਰ ਐਵੇਂ ਕਰਕੇ ਉਹਨਾਂ ਨੇ ਨਾਮ ਦਿੱਤੇ ਨੇ। ਇਕੁਇਟੀ ਫੰਡ ਦਾ ਮਤਲਬ ਹੈ ਕਿ ਜਿਹੜਾ ਤੁਹਾਡਾ ਪੈਸਾ ਹੈ ਉਹ ਸਾਰੇ ਦਾ ਸਾਰਾ ਇਕੁਇਟੀ ਮਤਲਬ ਸਟਾਕਸ ਦੇ ਵਿੱਚ ਜਾ ਰਿਹਾ ਜੀ। ਡੈਟ ਫੰਡਸ ਆਉਂਦੇ ਨੇ, ਹੁਣ ਕੀ ਹੁੰਦਾ, ਹਰ ਕੰਪਨੀ ਸਟਾਕਸ 'ਚ ਲਿਸਟੀਆਂ, ਸਟਾਕਸ 'ਚੋਂ ਪੈਸਾ ਮਾਰਕੀਟ 'ਚੋਂ ਨਹੀਂ ਲੈਂਦੀ। ਸਰਕਾਰ ਨੂੰ ਕਿਸੇ ਪ੍ਰੋਜੈਕਟ ਲਈ ਪੈਸਾ ਚਾਹੀਦਾ ਹੈ ਜਾਂ ਕਾਰਪੋਰੇਟ ਕੰਪਨੀਜ਼ ਨੂੰ ਕੁਝ ਐਗਜ਼ੀਕਿਊਟ ਕਰਨਾ, ਉਹਦੇ ਲਈ ਪੈਸਾ ਚਾਹੀਦਾ, ਉਹਦੇ ਲਈ ਉਹ ਡੈਟ ਫੰਡਸ ਬਣਾ ਦਿੰਦਾ ਹੈ। ਓਕੇ। ਕਿ ਅਸੀਂ ਤੁਹਾਡੇ ਤੋਂ ਡੈਟ ਲੈ ਰਹੇ ਹਾਂ, ਉਹਦੀ ਇੱਕ ਫਿਕਸਡ ਰਿਟਰਨ ਹੁੰਦੀ। ਠੀਕ ਹੈ ਨਾ, ਉਹ ਫਿਰ ਡੈਟ ਫੰਡ ਦੇ ਅੰਡਰ ਆ ਜਾਂਦਾ। ਹੁਣ ਡੈਟ ਫੰਡ ਕੀ ਨੇ, ਫਿਕਸਡ ਦਿਖ ਰਹੀ ਹੈ ਤੁਹਾਨੂੰ, ਤੁਸੀਂ ਕਹਿੰਦੇ ਇਹ ਤਾਂ ਬੈਟਰ ਹੈ, ਪਰ ਡੈਟ ਫੰਡ ਦੇ ਵਿੱਚ ਰਿਸਕ ਇਹ ਹੋ ਜਾਂਦਾ ਹੈ ਕਿ ਜੇ ਕੱਲ ਨੂੰ ਉਹ ਕੰਪਨੀ ਪਰਫਾਰਮ ਨਾ ਕਰ ਪਾਈ, ਯੂ ਰਿਸਕ ਔਨ ਦੈਟ ਕੈਪੀਟਲ। ਇਕੁਇਟੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ ਉਹ ਮਾਰਕੀਟ ਦੇ ਨਾਲ ਹੈ, ਸੇਬੀ ਦੇ ਨਾਲ ਹੈ, ਸਭ ਕੁਝ ਹੋ ਰਿਹਾ। ਡੈਟ ਫੰਡ ਦੇ ਵਿੱਚ ਕੀ ਹੈ ਕਿ ਇੱਕ ਰਿਸਕ ਰਹਿ ਜਾਂਦਾ ਹੈ ਕਿ ਕੁਝ ਕੰਪਨੀਜ਼ ਹਨ ਜੋ ਰਿਸਕੀ ਹੋ ਸਕਦੀਆਂ ਨੇ, ਮਾਈਟ ਵੀ ਉਹਨਾਂ ਨੇ ਗਰੋਥ ਪਲਾਨ ਲਈ ਡੈਟ ਲਿੱਤਾ ਹੋਵੇ ਜਾਂ ਕੋਈ ਨਵਾਂ ਪ੍ਰੋਜੈਕਟ ਲਈ ਕੀਤਾ ਹੋਵੇ, ਪਰ ਉਹ ਨਾ ਸਕਸ਼ਮ ਹੋਵੇ ਤਾਂ ਉਹ ਲਾਸ ਦੇ ਵਿੱਚ ਤੁਹਾਡਾ ਨੁਕਸਾਨ ਹੋਣ ਦੇ ਚਾਂਸਸ ਨੇ। ਫਿਰ ਆਉਂਦੀ ਹੈ ਹਾਈਬ੍ਰਿਡ।
ਹਾਈਬ੍ਰਿਡ ਕੀ ਹੁੰਦਾ ਹੈ ਕਿ ਕੁਝ ਪਾਰਟ ਇਕੁਇਟੀ ਹੋਏਗਾ, ਕੁਝ ਪਾਰਟ ਡੈਟ ਹੋਏਗਾ। ਅੱਛਾ। ਉਹ ਸੇਬੀ ਨੇ ਵੈਸੇ ਕੀਤਾ ਹੋਇਆ ਕਿ ਮੈਕਸਿਮਮ ਤੁਸੀਂ 80% ਤੱਕ ਇਕੁਇਟੀ ਰੱਖ ਸਕਦੇ ਹੋ, 20% ਡੈਟ ਹੋਣਾ ਜ਼ਰੂਰੀ ਹੈ, ਹਾਂ। ਤਾਂ ਉਹ ਹਾਈਬ੍ਰਿਡ ਫੰਡਸ ਬਣ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਮਿਊਚੁਅਲ ਫੰਡਸ ਨੂੰ ਫਰਦਰ ਡਿਵਾਈਡ ਕਰਦੇ ਹੋ, ਇਕੁਇਟੀ ਫੰਡ, ਡੈਟ ਫੰਡਸ ਤੇ ਹਾਈਬ੍ਰਿਡ ਫੰਡਸ। ਤੇ ਇਹਨਾਂ ਦਾ ਕਿੰਨਾ ਟਾਈਮ ਹੁੰਦਾ ਹੈ ਉਹਦਾ ਟਾਈਮ? ਦੇਖੋ ਅਲੱਗ-ਅਲੱਗ ਜਿਹੜੇ ਹੁਣ ਹੁੰਦੇ ਨੇ ਮਿਊਚੁਅਲ ਫੰਡ ਦੋ ਤਰ੍ਹਾਂ ਦੇ ਹੁੰਦੇ ਸੀ, ਕਲੋਜ਼ਡ ਐਂਡ ਤੇ ਕਲੋਜ਼ ਐਂਡਡ ਤੇ ਓਪਨ ਐਂਡਡ। ਓਕੇ। ਕਲੋਜ਼ਡ ਐਂਡਡ ਹੁੰਦਾ ਕਿ ਇੱਕ ਫਿਕਸਡ ਅਮਾਉਂਟ ਹੈ, ਹੂੰ। ਉਹ ਫਿਕਸਡ ਟਾਈਮ ਪੀਰੀਅਡ ਹੈ। ਅੱਛਾ। ਓਪਨ ਐਂਡਡ ਹੁੰਦਾ ਕਿ ਚੱਲੀ ਜਾਂਦਾ। ਓਕੇ। ਹੁਣ ਜੋ ਟਾਈਮ ਆ ਗਿਆ ਉਹਦੇ ਚ ਕਲੋਜ਼ਡ ਐਂਡਡ ਦਿੱਤਾ ਖਤਮ ਹੀ ਹੋ ਗਿਆ, ਹੁਣ ਉਹ ਓਪਨ ਐਂਡਡ ਹੈ। ਤੁਹਾਡੇ ਤੇ ਹੈ ਕਿ ਤੁਸੀਂ ਕਿੰਨੇ ਸਾਲਾਂ ਲਈ ਇਨਵੈਸਟ ਕਰਨਾ ਚਾਹੁੰਦੇ ਹੋ। ਹੂੰ। ਹੁਣ ਜੇ ਤੁਸੀਂ ਹੋਰ ਡੀਪ ਦੇਖੋ ਮਿਊਚੁਅਲ ਫੰਡ ਨੂੰ, ਆਪਾਂ ਜੇ ਹੋਰ ਅੰਦਰ ਆ ਜਾਈਏ, ਇਹਦੇ ਵਿੱਚ ਹੁਣ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ। ਇੱਕ ਹੁੰਦਾ ਲੌਕ ਇਨ ਪੀਰੀਅਡ, ਜੋ ਤੁਸੀਂ ਗੱਲ ਕੀਤੀ। ਕੁਝ ਮਿਊਚੁਅਲ ਫੰਡਸ ਤੇ ਲੌਕ ਇਨ ਪੀਰੀਅਡ ਆਉਂਦਾ ਹੈ। ਉਸ ਲੌਕ ਇਨ ਪੀਰੀਅਡ ਦਾ ਮਤਲਬ ਹੈ ਕਿ ਤੁਸੀਂ ਨਾ ਪੈਸਾ ਕੱਢ ਸਕਦੇ ਹੋ, ਠੀਕ ਹੈ ਨਾ, ਕੋਈ ਐਗਜ਼ਿਟ ਨਹੀਂ ਆ ਉਹਦੇ, ਠੀਕ ਹੈ ਜੀ। ਫਿਰ ਆਉਂਦਾ ਇੱਕ ਐਂਟਰੀ ਲੋਡ ਤੇ ਇੱਕ ਐਗਜ਼ਿਟ ਲੋਡ, ਇਹ ਦੋ ਫਿਗਰਸ ਹੈ। ਐਂਟਰੀ ਲੋਡ ਦਾ ਮਤਲਬ ਕਿ ਜੇ ਤੁਸੀਂ ਇੱਕ 100 ਰੁਪਏ ਤੇ ਐਂਟਰ ਕੀਤਾ ਔਰ ਉਹਦਾ ਐਂਟਰੀ ਲੋਡ 1% ਦਾ ਮਤਲਬ 100 ਰੁਪਏ ਦਾ 1% ਖਰਚਾ ਉਹ ਕੰਪਨੀ ਤੁਹਾਡੇ ਤੋਂ ਲਏਗੀ। ਔਰ ਉਵੇਂ ਹੀ ਐਗਜ਼ਿਟ ਲੋਡ ਹੁੰਦਾ ਕਿ ਜੇ ਤੁਸੀਂ ਪੈਸਾ ਵਿਡਰਾਅ ਕਰਦੇ ਹੋ ਤਾਂ ਉਹ ਪਰਸੈਂਟੇਜ ਚਾਰजेस ਲੱਗਣਗੇ ਉਹਨਾਂ ਦੇ ਤੁਹਾਡੇ ਤੇ। ਤੁਸੀਂ 100 ਰੁਪਏ ਕਰਤਾ, ਉਹਦੇ ਤੇ ਉਹ ਤੁਹਾਡੇ ਤੋਂ 1% ਚਾਰजेस ਲੈਣਗੇ, ਜੋ ਜਨਰਲੀ ਕੁਝ ਮਿਊਚੁਅਲ ਫੰਡਸ ਸਾਲ ਤੋਂ ਬਾਅਦ ਨਹੀਂ ਲੱਗਦਾ। ਉਹ ਇਸ ਲਈ ਕੀਤਾ ਜਾਂਦਾ ਹੈ ਕਿ ਲੋਕੀ ਪੈਸਾ ਪਾ ਕੇ ਕੱਢਦੇ, ਮਤਲਬ ਪਾਣਾ ਦੇ ਕੱਢਣਾ ਬਾਰ-ਬਾਰ ਨਾ ਕਰਨ। ਕਿਉਂਕਿ ਤੁਸੀਂ ਐ ਸਮਝੋ ਫੰਡ ਮੈਨੇਜਰ ਹੈ, ਹੁਣ ਉਹਦੇ ਕੋਲ ਬਹੁਤ ਸਾਰਾ ਪੈਸਾ ਆ ਗਿਆ। ਹੁਣ ਜਿਹੜਾ ਬਹੁਤ ਸਾਰਾ ਪੈਸਾ ਆਇਆ ਹੋਇਆ ਹੈ, ਉਹਨੇ ਇਨਵੈਸਟ ਕਰਨਾ, ਉਹਨੇ ਇੱਕ ਵਿਜ਼ਨ ਬਣਾਈ ਹੋਈ ਹੈ ਕਿ ਇੰਨੀ ਦੇਰ ਤੱਕ ਗਰੋ ਕਰੇਗਾ। ਪਰ ਉਹਦੇ ਵਿੱਚ ਰਸਤੇ ਜੇ ਤੁਸੀਂ ਕਹਿੰਦੇ ਯਾਰ ਮੇਰਾ ਪੈਸਾ ਕੱਢ ਦੇ, ਉਹਦਾ ਤਾਂ ਸਾਰਾ ਪਲਾਨ ਹਿਲ ਜਾਏਗਾ ਨਾ। ਬਿਲਕੁਲ, ਤਾਂ ਹੀ ਲੌਕਿੰਗ ਪੀਰੀਅਡ, ਤਾਂ ਲੌਕ ਇਨ ਪੀਰੀਅਡ ਜਾਂ ਐਗਜ਼ਿਟ ਲੋਡ ਹੈ, ਤਾਂ ਕਿ ਉਹ ਪ੍ਰਮੋਟ ਨਾ ਕਰਨ ਤੁਹਾਨੂੰ ਪੈਸਾ ਕੱਢਣ ਲਈ, ਠੀਕ ਹੈ ਜੀ। ਇਹ ਹੁੰਦਾ ਹੈ 3 ਚੀਜ਼ਾਂ ਜੋ ਤੁਸੀਂ ਐਂਟਰ ਕਰਨ ਤੋਂ ਪਹਿਲਾਂ ਲੈਣੀਆਂ ਹੈਗੀਆਂ। ਓਕੇ। ਇੱਕ ਉਹਨਾਂ ਦਾ ਇੱਕ ਐਵਰੇਜ ARR, ਪਤਾ ਨਹੀਂ ਕਿਵੇਂ ਹੁੰਦੀ ਹੈ, ਮੈਂ ਟਰਮ ਭੁੱਲ ਰਿਹਾ, ਦੈਟ ਇਜ਼ ਪਰ ਈਅਰਲੀ ਖਰਚਾ। ਓਕੇ, ਉਹ ਜੋ ਉਹ ਤੁਹਾਡੇ ਤੋਂ ਲੈਣਗੇ 1 ਸਾਲ ਤੱਕ ਤੁਹਾਡਾ ਮਿਊਚੁਅਲ ਫੰਡ ਚਲਾਉਣ ਦੀ। ਤੁਸੀਂ ਇਹ ਲਾ ਲਓ ਫੰਡ ਮੈਨੇਜਰ ਦੀ ਤਨਖਾਹ ਹੋ ਗਈ। ਹੁਣ ਇਹ ਕੀ ਹੁੰਦਾ, ਫੰਡ ਮੈਨੇਜਰ ਆਉਂਦੇ ਨੇ, ਪੋਰਟਫੋਲੀਓ ਮੈਨੇਜਿੰਗ ਸਰਵਿਸਿਜ਼ ਹੁੰਦੀਆਂ ਨੇ ਜੋ 50 ਲੱਖ ਤੋਂ ਉੱਪਰ ਵਾਲਿਆਂ ਨੂੰ ਮਿਲਦੀ ਹੈ। ਆਈ ਥਿੰਕ ਆਪਾਂ ਪਹਿਲਾਂ ਵੀ ਸ਼ਾਇਦ ਇੱਕ ਵਾਰੀ ਡਿਸਕਸ ਕਰ ਚੁੱਕੇ ਹਾਂ, ਜੇ ਮੈਂ ਰਿਸਰਚ ਐਨਲਿਸਟ ਵਗੈਰਾ ਕੀਤਾ ਤਾਂ ਰਾਹ ਮੇਰਾ ਉਹੀ ਆ ਅੱਗੇ, ਪਰ ਮੈਂ ਟਰਾਈ ਕਰ ਰਿਹਾ ਸਮਥਿੰਗ ਫॉर ਪੀਪਲ ਅੰਡਰ 50 ਲੱਖ, ਉਹਨਾਂ ਲਈ ਪੋਰਟਫੋਲੀਓ ਮੈਨੇਜਮੈਂਟ ਸਰਵਿਸਿਜ਼ ਕਰਨ ਦੀ। ਤੇ ਇਹੀ ਪੋਰਟਫੋਲੀਓ ਮੈਨੇਜਰ ਸਰਵਿਸ ਜੋ 50 ਲੱਖ ਤੋਂ ਉੱਪਰ ਵਾਲਿਆਂ ਲਈ ਹੈ, ਉਹਦਾ ਹੀ ਇੱਕ ਤੁਸੀਂ ਐਂ ਲਾ ਲਓ ਕਿ ਛੋਟਾ ਵਰਜਨ ਜਾਂ ਉਹੋ ਜਿਹਾ ਇੱਕ ਵਰਜਨ ਹੈ ਮਿਊਚੁਅਲ ਫੰਡਸ। ਇਹ ਤੁਹਾਡੇ ਲਈ ਬੰਦਾ ਉਹੀ ਕਰ ਰਿਹਾ, ਓਕੇ, ਤਾਂ ਤੁਸੀਂ ਉਹੀ ਸਰਵਿਸਿਜ਼ ਲੈ ਰਹੇ ਹੋ ਬਟ ਐਟ ਅ ਵੈਰੀ ਲੋ ਕਾਸਟ। ਸੋ ਜਿਵੇਂ ਉਹਦਾ ਲੱਗਦਾ ਹੈ, ਆਈ ਥਿੰਕ ਦੇ ਆਰ ਚਾਰਜ ਅਰਾਊਂਡ 2-3 ਲੱਖ ਰੁਪਏ ਮਹੀਨੇ ਦਾ ਲੈਂਦੇ ਨੇ ਉਹਨਾਂ ਤੋਂ, ਤੁਹਾਨੂੰ ਉਹ ਫਿਰ 1% ਜਾਂ 1.5% ਜਾਂ 0.5% ਚਾਰजेस ਤੇ ਮਿਊਚੁਅਲ ਫੰਡ 'ਚ ਮਿਲ ਰਿਹਾ, ਵਿਚ ਇਜ਼ ਦੀ ARR ਜਾਂ ਪਰਟੀਕੂਲਰ ਟਰਮ ਨਹੀਂ ਬਣੀ ਯਾਦ ਆ ਰਹੀ, ਉਹ ਇੱਕ ਵੈਲਿਊ ਹੁੰਦੀ ਹੈ ਜੋ ਤੁਹਾਡੇ ਤੋਂ ਪਰ ਈਅਰਲੀ ਲੈਂਦੇ ਨੇ। ਠੀਕ ਹੈ ਜੀ, ਇਹ ਹੋ ਗਿਆ ਹੁਣ ਸਟਾਰਟ ਬੇਸ ਕਿ ਤੁਹਾਡਾ ਖਰਚਾ ਕੀ ਹੈ, ਕੀ ਦੇਖ ਕੇ ਤੁਸੀਂ ਖਰੀਦਣਾ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਅੱਗੇ ਆ ਜਾਂਦਾ ਹੈ 2 ਤਰ੍ਹਾਂ ਦੇ ਮਿਊਚੁਅਲ ਫੰਡਸ ਅੱਗੇ ਹੋਰ ਡਿਵਾਈਡ ਨੇ। ਅੱਛਾ, ਹੋਰ ਅੱਗੇ ਉਹ ਮਤਲਬ ਤੁਸੀਂ ਜੇ ਇਹਨਾਂ ਨੂੰ ਐ ਕਰੋਗੇ ਤਾਂ ਇਹ ਘੱਟੋ ਘੱਟ ਇੰਨੇ ਕੁ ਫੈਲੇ ਹੋਏ ਨੇ, ਓਕੇ। ਤੇ ਉਹਨਾਂ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਬੇਸਿਕਲੀ ਹੋਰ ਆਪਸ਼ਨਸ ਦਿੰਦੇ ਜਾ ਰਹੇ ਨੇ ਆਪਾਂ ਨੂੰ ਕਿ ਜਿਨ੍ਹਾਂ ਦੀ ਜਿਹੋ ਜਿਹੀ ਜ਼ਰੂਰਤ ਹੈ ਉਹੋ ਜਿਹਾ ਕਰ ਲੈ, ਠੀਕ ਹੈ ਨਾ। ਗੋਲ ਓਰੀਐਂਟਡ, ਗਰੋਥ ਓਰੀਐਂਟਡ, ਫਿਕਸਡ ਇਨਕਮ ਹੈ, ਟੈਕਸ ਸੇਵਿੰਗਸ ਹੈ, ਤਾਂ ਅਲੱਗ-ਅਲੱਗ ਸਕੀਮਸ 'ਚ ਉਹਨਾਂ ਨੇ ਵੰਡਤੇ ਹੋਏ। ਹੁਣ ਮਿਊਚੁਅਲ ਫੰਡ ਦੇ ਵਿੱਚ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਐਕਟਿਵ ਹੁੰਦਾ, ਇੱਕ ਹੁੰਦਾ ਨੋਨ ਐਕਟਿਵ ਦੇ ਵਿੱਚ ਹੁੰਦਾ। ਐਕਟਿਵ ਫੰਡ ਦੇ ਵਿੱਚ ਇਹ ਹੋ ਗਿਆ ਕਿ ਉਹਨਾਂ ਤੁਹਾਡੇ ਪੈਸੇ ਨੂੰ ਐਕਟਿਵਲੀ ਟ੍ਰੇਡ ਕੀਤਾ ਜਾ ਰਿਹਾ। ਮਾਰਕੀਟ ਵੱਧ ਰਹੀ ਹੈ, ਫੰਡ ਮੈਨੇਜਰ ਐਕਟਿਵਲੀ ਬੈਠਾ, ਉਹ ਦੇਖਦਾ ਕਿ ਅੱਛਾ ਵੱਧ ਰਿਹਾ ਮੈਂ ਲੈ ਲਵਾਂ, ਗਿਰ ਰਿਹਾ ਤਾਂ ਮੈਂ ਵੇਚ ਦੇਵਾਂ, ਮਤਲਬ ਉਹ ਸਾਰਾ ਪਰਪਸ 'ਚ ਬਣਦਾ ਕਿ ਹੁਣ ਲੋ ਆ ਗਿਆ ਜੀ ਸਟਾਕ ਦਾ ਤਾਂ ਇਹ ਇਨਵੈਸਟ ਕਰਨ ਲਈ ਵਧੀਆ ਟਾਈਮ ਹੈ, ਇਹ ਹਾਈ ਆ ਗਿਆ ਇਸ ਤੋਂ ਉੱਪਰ ਸ਼ਾਇਦ ਨਾ ਜਾਵੇ, ਤਾਂ ਉਹ ਐਕਟਿਵਲੀ ਟ੍ਰੇਡ ਕਰ ਰਿਹਾ ਹੈ। ਉਹ ਫੰਡ ਇੱਕ ਤੁਹਾਡਾ ਪੈਸਾ ਉਹ ਬਾਰ-ਬਾਰ ਯੂਜ਼ ਕੀਤਾ ਜਾ ਰਿਹਾ। ਜਿਹੜਾ ਤੁਹਾਡਾ ਨੋਨ ਐਕਟਿਵ ਹੁੰਦਾ ਉਹਦੇ ਵਿੱਚ ਕੀ ਹੈ ਕਿ ਉਹ ਲਗਾਤਾ ਪੈਸਾ ਔਰ ਉਹਨੂੰ ਛੱਡਤਾ, ਲੌਂਗ ਟਾਈਮ ਲਈ ਉੱਪਰ ਜਾਵੇ ਨੀਚੇ ਜਾਵੇ ਉਹਨੂੰ ਛੇੜਦੇ ਨਹੀਂ ਹੈਗੇ ਉਹ ਫੰਡਸ, ਉਹ ਲਗਾਤਾ ਤਾਂ ਉਹ ਲਗਾਤਾ, ਠੀਕ ਹੈ ਨਾ ਜੀ।
ਹੁਣ ਜਿਹੜੀ ਐਕਟਿਵ ਟ੍ਰੇਡਿੰਗ ਹੈ ਉਹ ਬੈਟਰ ਕਿਸ ਤਰੀਕੇ ਨਾਲ ਕਿ ਰਿਟਰਨਸ ਦੇ ਚਾਂਸਸ ਹਾਇਰ ਹੋ ਜਾਂਦੇ ਨੇ। ਰੀਜ਼ਨ ਬੀਇੰਗ ਮਾਰਕੀਟ ਹਰ ਵੇਲੇ 15-20% ਜਿਹਨਾਂ ਦੀ ਕਹਿ ਲਓ, ਕੁਛ ਸਪਾਈਕਸ ਆਉਂਦੇ ਨੇ ਜਿਸ 'ਚ ਬਹੁਤ ਵੱਧ ਜਾਂਦੇ, ਕੁਛ ਸਪਾਈਕਸ ਆਉਂਦੇ ਨੀਚੇ ਆ ਜਾਂਦੇ, ਤਾਂ ਉਹ ਐਕਟਿਵਲੀ ਉਹਨਾਂ ਨੂੰ ਮੋਨੀਟਰ ਕਰਦੇ ਰਹਿੰਦੇ ਤਾਂ ਰਿਟਰਨਸ ਦੇ ਚਾਂਸਸ ਹਾਇਰ ਹੋ ਜਾਂਦੇ, ਹਾਇਰ ਹੋ ਸਕਦੇ, ਓਕੇ। ਠੀਕ ਹੈ ਨਾ, ਰਾਦਰ ਦੈਨ ਅਦਰ ਥਿੰਗ ਜੋ ਪਿਆ ਹੀ ਹੈ ਔਰ ਉਹ ਸਟੈਟਿਕ ਹੈ ਔਰ ਚੱਲ ਨਹੀਂ ਰਿਹਾ, ਉਹ ਮਤਲਬ ਐਕਟਿਵਲੀ ਨਹੀਂ ਯੂਜ਼ ਹੋ ਰਿਹਾ। ਕਿੰਨੇ ਕੁ % ਵੈਸੇ ਮਿਊਚੁਅਲ ਫੰਡ ਤੋਂ ਦੇਖੋ ਕੁਛ ਮਿਊਚੁਅਲ ਫੰਡਸ ਨੇ, ਇੱਕ ਹੈਗਾ ਆਈ ਥਿੰਕ SBI ਦਾ ਸਭ ਤੋਂ ਪੁਰਾਣਾ ਹੈ, ਉਹ 20% ਸਾਲਾਨਾ ਦਾ ਦੇ ਰਿਹਾ, ਅੱਛਾ, ਤੇ ਕੁਛ ਨੇ 24 ਵੀ ਦੇ ਦਿੰਦੇ ਨੇ, ਕੁਛ 27 ਤੱਕ, ਕੁਛ 30 ਤੱਕ ਵੀ ਨੇ, ਬਟ ਫਿਰ ਉਨਾ ਹੀ ਰਿਸਕ ਹੈ। ਮਾਰਕੀਟ ਦਾ ਇੱਕੋ ਹੀ ਅਸੂਲ ਹੈ ਜੀ, ਜਿੰਨਾ ਰਿਸਕ ਉਨਾ ਰਿਵਾਰਡ। ਜਿਹੜੀ ਚੀਜ਼ਾਂ ਰਿਵਾਰਡ ਜ਼ਿਆਦਾ ਦੇਣਗੀਆਂ ਉਨੀਆਂ ਹੀ ਰਿਸਕੀ ਹੋ ਜਾਣਗੀਆਂ। ਤੇ ਔਨ ਐਨ ਐਵਰੇਜ ਤੁਸੀਂ FD ਤਾਂ ਬੀਟ ਕਰ ਹੀ ਦਿੰਦੇ ਹੋ, ਹਾਂ ਠੀਕ ਹੈ। FD ਤੇ ਤਾਂ ਬਹੁਤ FD ਬੀਟ ਹੋ ਹੀ ਜਾਂਦੀ ਹੈ। FD ਇਜ਼ ਸਮਥਿੰਗ, ਕਿਉਂਕਿ ਉਹ ਵੀ ਹੈ ਨਾ ਕਿ ਉਹਦੇ 'ਚ ਰਿਸਕ ਜ਼ੀਰੋ ਹੈ, ਤਾਂ ਹੀ ਉਹਦੀ ਰਿਟਰਨ ਲੋ ਹੈ। ਤੇ ਫਿਰ ਤੁਸੀਂ ਐਂ ਲਾ ਕੇ ਚੱਲੋ ਕਿ ਜਦੋਂ ਤੁਸੀਂ ਇਹਦਾ ਲਾਓ ਤਾਂ 12-15% ਇਜ਼ ਅ ਗੁੱਡ ਐਨੂਅਲ ਰਿਟਰਨ ਦੈਟ ਯੂ ਕੈਨ ਗੈਟ ਈਜ਼ੀਲੀ ਫਰਮ ਅ ਮਿਊਚੁਅਲ ਫੰਡ। ਕੋਈ ਵੱਡੀ ਗੱਲ ਨਹੀਂ ਹੈ ਇੰਨੀ ਕੁ ਲੈਣਾ, FD ਨਾਲੋਂ ਮਤਲਬ ਜੀ ਰਿਟਰਨ ਬੈਟਰ। ਪਰ ਉਹਨੇ ਇਹ ਨੇ ਕਿ FD ਤੁਸੀਂ ਯੂਜ਼ ਕਰ ਸਕਦੇ ਹੋ, ਇਹ ਜੇ ਲੋਕ ਇਨ ਪੀਰੀਅਡ ਵਾਲੀ ਹੈ ਤਾਂ ਤੁਸੀਂ ਯੂਜ਼ ਨਹੀਂ ਕਰ ਸਕਦੇ। ਪਲੱਸ FD ਦੇ ਵਿੱਚ ਕੀ ਹੈ ਕਿ ਫਿਕਸਡ ਹੈ, ਉਹ ਵਧਣਾ ਹੀ ਵਧਣਾ ਹੈ। ਇਹਦੇ ਵਿੱਚ ਇਹ ਨਹੀਂ ਪਤਾ ਕਿ ਜਿਸ ਵੇਲੇ ਤੁਹਾਨੂੰ ਲੋੜ ਪਵੇ ਸ਼ਾਇਦ ਮਾਰਕੀਟ ਗਿਰੀ ਹੋਵੇ। ਜਿਵੇਂ ਤੁਸੀਂ ਅਗਰ ਸੈਪਟੈਂਬਰ ਤੋਂ ਬਾਅਦ ਲਗਾ ਲਓ, ਠੀਕ ਹੈ ਨਾ, ਉਦੋਂ ਮਾਰਕੀਟ ਡਿਪ ਦੇ ਵਿੱਚ ਸੀਗੀ, ਤਾਂ ਬਹੁਤ ਸਾਰੇ ਮਿਊਚੁਅਲ ਫੰਡਸ ਦੇ ਵਿੱਚ ਪੈਸੇ ਘਟੇ ਨੇ, ਤਾਂ ਦੇਰ ਕੈਨ ਬੀ ਅ ਚਾਂਸ ਕਿ ਤੁਸੀਂ ਜਿਸ ਵੇਲੇ ਐਗਜ਼ਿਟ ਕਰਨ ਦੇ ਮੋਡ 'ਚ ਹੋ, ਪੈਮੇ ਲੋੜ ਪੈ ਜਾਵੇ, ਮਾਰਕੀਟ ਦੀ ਸਿਚੁਏਸ਼ਨ ਕੀ ਹੈ, ਤੁਸੀਂ ਲਾਸ 'ਚ ਹੋ, ਤੁਸੀਂ ਲਾਸ 'ਚ ਵੀ ਹੋ ਸਕਦੇ, ਬਹੁਤ ਸਾਰੇ ਪ੍ਰੋਫਿਟ 'ਚ ਵੀ ਹੋ ਸਕਦੇ, ਯੂ ਨੈਵਰ ਨੋ। ਤਾਂ ਉਹ ਅਨਸਰਟਨਟੀ ਕਰਕੇ ਫਰਕ ਹੈ। ਤੇ ਮਿਊਚੁਅਲ ਫੰਡ ਦੇ ਵਿੱਚ ਤੁਸੀਂ 10-12-15%, ਕੁਝ 30%, ਕੁਝ ਮਤਲਬ ਫਿਗਰਸ ਤਾਂ ਬਹੁਤ ਹੈ, ਬਟ ਓਵਰਆਲ ਅਗਰ ਤੁਸੀਂ ਦੇਖੋ 20-25% ਗੁੱਡ ਰਿਟਰਨਸ ਦੈਟ ਯੂ ਕੈਨ ਗੋਟ ਫਰਮ ਮਿਊਚੁਅਲ ਫੰਡ। ਤੇ ਉਹਨਾਂ ਦੇ ਐਵੇਂ ਰੋਲਿੰਗ ਰੇਟਸ ਵੀ ਹੁੰਦੇ ਨੇ ਕਿ ਕਿੰਨਾ ਔਨ ਐਨ ਐਵਰੇਜ ਦਿੰਦੀਆਂ ਰਹੀਆਂ ਨੇ। ਬਹੁਤ ਪੁਰਾਣੇ ਫੰਡਸ ਹੈ ਜੋ ਅੱਛੇ ਨਹੀਂ ਪਰਫਾਰਮ ਕਰਦੇ, ਬਹੁਤ ਨਵੇਂ ਫੰਡਸ ਹੈ ਬਹੁਤ ਅੱਛੇ ਪਰਫਾਰਮ ਕਰ ਲੈਂਦੇ ਨੇ, ਤੇ ਉਹਨਾਂ ਨੇ ਸੈਕਟਰਸ ਕੁਝ ਇਹੋ ਜਿਹੇ ਫੜੇ ਨੇ, ਤਾਂ ਤੁਸੀਂ ਸੈਕਟੋਰੀਅਲਸ ਤਾਂ ਉਹਦੇ ਵਿੱਚ ਵੀ ਤੁਸੀਂ ਇਨਵੈਸਟ ਕਰ ਸਕਦੇ। ਤੇ ਇਹਦੇ ਵਿੱਚ ਇੱਕ ਜਿੱਦਾਂ ਆਪਾਂ ਗੱਲ ਕੀਤੀ ਕਿ ਇੰਨੇ % ਆ ਜਾਂਦਾ, ਫਿਰ ਤੁਸੀਂ ਇਹ ਵੀ ਦੱਸਤਾ ਕਿ FD ਨਾਲੋਂ ਵਿੱਚ ਰਿਸਕ ਜ਼ਿਆਦਾ ਹੈ ਪਰ ਪ੍ਰੋਫਿਟ ਵੀ ਆਪਾਂ ਜੇ ਗੱਲ ਕਰ, ਤੇ ਇਹਨੂੰ ਆਪਾਂ ਕਿੱਥੋਂ ਲੈ ਸਕਦੇ ਹਾਂ, ਮਤਲਬ ਆਮ ਬੰਦਾ ਜਿਹੜਾ ਦੇਖ ਰਿਹਾ ਉਹ ਕਿੱਥੋਂ ਬਾਏ ਕਰੇ? ਆਨਲਾਈਨ ਬਹੁਤ ਸਾਰੇ ਟਰਮੀਨਲਸ ਹੈ, ਗਰੋ ਹੋ ਗਿਆ, ਜ਼ੀਰੋਦਾ ਹੋ ਗਿਆ, ਅਪਸਟਾਕਸ ਹੋ ਗਿਆ, ਇਹ ਡਿਸਕਾਊਂਟ ਬ੍ਰੋਕਰ ਨੇ, ਇਹਨਾਂ ਦੇ ਪੈਸੇ ਘੱਟ ਲੱਗਦੇ ਨੇ, ਤੁਸੀਂ ਇਹਨਾਂ ਦੇ ਮਿਊਚੁਅਲ ਫੰਡ ਜਾ ਕੇ ਖਰੀਦ ਸਕਦੇ ਹੋ। ਓਕੇ, ਇਹਨਾਂ ਸ਼ਿਪ ਵੀ ਲਗਾ ਸਕਦੇ ਹੋ, ਇਹਨਾਂ ਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਚੂਜ਼ ਕਰ ਸਕਦੇ ਹੋ। ਇਹ ਬਹੁਤ ਸਾਰੇ ਨੇ, ਐਂਜਲ ਵਨ ਹੈ, ਈਵਨ ਤੁਸੀਂ ਆਪਣੇ ਬੈਂਕ ਦੇ ਥਰੂ ਵੀ ਲੈ ਸਕਦੇ ਹੋ, ਉਹਨਾਂ ਦੇ ਵੀ ਨੇ, ਉਹਨਾਂ ਦੇ ਥੋੜ੍ਹੇ ਚਾਰਜਸ ਹਾਈ ਹੁੰਦੇ ਨੇ ਬੈਂਕਸ 'ਤੇ। ਓਕੇ, ਅੱਛਾ, ਠੀਕ ਹੈ ਨਾ। ਇਹ ਚੀਜ਼ਾਂ ਤੁਸੀਂ ਬਿਲਕੁਲ ਹਮੇਸ਼ਾ ਲੈਣ ਤੋਂ ਪਹਿਲਾਂ ਨੋਟਿਸ ਕਰਨੀਆਂ ਨੇ ਕਿ ਉਹਦਾ ਐਂਟਰੀ ਲੋਡ ਤਾਂ ਨਹੀਂ, ਉਹਦਾ ਐਗਜ਼ਿਟ ਲੋਡ ਕੀ ਹੈ, ਉਹਦੀ ਐਵਰੇਜ ਜਿਹੜੀ ਈਅਰਲੀ ਉਹਨਾਂ ਨੇ ਖਰਚਾ ਲੈਣਾ ਉਹ ਕੀ ਹੈ, ਠੀਕ ਹੈ ਨਾ, ਔਰ ਉਹਦਾ ਰੇਟ ਆਫ ਰਿਟਰਨ ਕੀ ਹੈ। ਓਵਰ ਮਿਨੀਮਮ 5 ਸਾਲ ਦਾ ਦੇਖੋ ਹੀ ਦੇਖੋ, ਠੀਕ ਹੈ ਨਾ, ਔਰ ਉਹ ਕਿਹੋ ਜਿਹੇ ਸੈਕਟਰਸ ਲੈ ਰਹੇ। ਇੱਕ ਬੰਦੇ ਕੋਲ 4-5 ਤਰ੍ਹਾਂ ਦੇ ਮਿਊਚੁਅਲ ਫੰਡਸ ਹੋ ਸਕਦੇ ਨੇ, ਬਹੁਤ ਹੈ। ਮੈਂ ਲੋਕਾਂ ਕੋਲ ਬਹੁਤ ਸਾਰੇ ਮਿਊਚੁਅਲ ਫੰਡ ਦੇਖੇ ਨੇ। ਅੱਛਾ, ਬਹੁਤ ਸਾਰੇ, ਮਤਲਬ ਆਈ ਸਟਿਲ ਰਿਮੈਂਬਰ ਇੱਕ ਹੈਗੇ ਨੇ, ਉਹਨਾਂ ਨੇ ਕੁਛ 95 ਪਤਾ ਨਹੀਂ 96 ਮਿਊਚੁਅਲ ਫੰਡਸ ਲੈ ਰੱਖੇ ਸੀ। ਤੇ ਉਹ ਕਿੰਨੀਆਂ ਮਲਟੀਪਲ ਕੰਪਨੀਆਂ, ਉਹਨਾਂ ਨੇ ਮਤਲਬ ਤੁਸੀਂ ਐਂ ਲਾ ਕੇ ਚੱਲੋ ਕਿ ਇੱਕ ਦੇ ਵਿੱਚ 10 ਤਾਂ ਹੁੰਦੀਆਂ ਹੀ ਨੇ, 25-30-40 ਤੱਕ ਦਾ ਤੁਸੀਂ ਸਟਾਕ ਲਾ ਕੇ ਚੱਲੋ, ਤਾਂ ਜੇ ਤੁਸੀਂ 100 ਲਾਓ ਤਾਂ 4000 ਸਟਾਕਸ ਤਾਂ ਲੈ ਆਲਮੋਸਟ ਸਾਰਾ ਬਾਜ਼ਾਰ ਹੀ ਖਰੀਦੀ ਬੈਠੇ ਨੇ। ਸਹੀ ਗੱਲ। ਤੇ ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਇੰਡੈਕਸ ਦੇ ਵਿੱਚ ਲਗਾ ਲਓ। ਇੰਡੈਕਸ ਫੰਡਸ ਹੁੰਦੇ ਨੇ, ਜਿਵੇਂ ਆਪਾਂ ਪਹਿਲਾਂ ਦੱਸਿਆ ਇੰਡੈਕਸ ਹੀ ਹੁੰਦਾ, ਨਿਫਟੀ 50 ਟੌਪ 50 ਕੰਪਨੀਜ਼, ਨੈਕਸਟ 50, 100 ਬੈਂਕ ਨਿਫਟੀ, ਤਾਂ ਉਹ ਤੁਸੀਂ ਇੰਡੈਕਸ ਦੇ ਵਿੱਚ ਲਗਾ ਲਓ, ਤਾਂ ਦੈਟ ਇਜ਼ ਲਾਈਕ ਕਿ ਤੁਸੀਂ ਉਹ ਸਾਰਾ ਜਿਹੜਾ ਉਹਦੀ ਟੌਪ ਕੰਪਨੀ ਹੈ ਉਹਦੇ 'ਚ ਪੈਸਾ ਲਗਾ ਰਹੇ, ਉਹ ਵੀ ਤੁਹਾਨੂੰ ਹੈਲਪ ਕਰ ਸਕਦਾ ਗਰੋ ਕਰਨ ਦੇ ਵਿੱਚ। ਓਕੇ, ਤੇ ਜਿੱਦਾਂ ਹੁਣ 2025 ਚੱਲ ਰਿਹਾ ਨਾ, ਇਹਦੇ ਵਿੱਚ ਕਿਹੜੇ ਤੁਹਾਨੂੰ ਲੱਗਦਾ ਕਿ ਸਿਨੈਰੀਓ ਮਾਰਕੀਟ ਦਾ ਕੀ ਕਹਿੰਦਾ? ਦੇਖੋ ਮਾਰਕੀਟ ਸਿਨੈਰੀਓ ਹਾਲੇ ਵੀ, ਮਤਲਬ ਮਾਰਕੀਟ ਤਾਂ ਉੱਪਰ ਜਾਂਦੀ ਹੋਈ ਨੀਚੇ ਜਾਂਦੀ ਦਿਖ ਰਹੀ ਹੈ। ਮੈਂ ਹਾਲੇ ਵੀ ਕਹਿੰਦਾ ਕਿ ਇਹ ਟਾਈਮ, ਸਭ ਤੋਂ ਪਹਿਲੀ ਵੀਡੀਓ 'ਚ ਕਿਹਾ, ਇਹ ਟਾਈਮ ਸਿੱਖਣ ਦਾ ਹੈ। ਮਿਊਚੁਅਲ ਫੰਡ ਦੇ ਵਿੱਚ ਵੀ ਮਿਊਚੁਅਲ ਫੰਡ ਦੇ ਵਿੱਚ ਵੀ ਜੇ ਤੁਹਾਨੂੰ ਨੌਲੇਜ ਤਾਂ ਚਾਹੀਦੀ ਹੈ, ਨੌਲੇਜ ਚਾਹੀਦੀ ਹੈ, ਬਟ ਕੋਈ ਚੀਜ਼ ਇਹੋ ਜਿਹੀ ਮਿਲਦੀ ਹੈ, ਜਿਵੇਂ ਕੋਈ ਨਵਾਂ ਸੈਕਟਰ ਆਈ ਵੀ ਵਗੈਰਾ, ਕੁਝ ਗਰੋਥ ਹੋ ਰਹੀਆਂ,
ਔਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਦੇਖੋ ਲੌਂਗ ਟਰਮ ਦੀ ਜਿਹੜੀ ਗੇਮ ਹੁੰਦੀ ਹੈ ਨਾ ਉਹਦਾ ਕੋਈ ਮੌਕਾ ਨਹੀਂ ਹੁੰਦਾ, ਤਾਂ ਕਦੀ ਵੀ ਐਂਟਰ ਕਰ ਲਓ ਕਿਉਂਕਿ ਤੁਸੀਂ ਹੁਣੇ ਐਗਜ਼ਿਟ ਨਹੀਂ ਕਰਨਾ। ਲੌਂਗ ਟਰਮ ਦੀ ਗੇਮ ਦਾ ਕੋਈ ਟਾਈਮ ਨਹੀਂ ਹੁੰਦਾ। ਜਿਹੜੇ ਸ਼ਾਰਟ ਟਰਮ ਜਾਂ ਇੰਸਟੈਂਟ ਗੇਨ ਜਾਂ ਕੁਝ ਉਹਨੇ ਉਹ ਜ਼ਿਆਦਾਤਰ ਤੁਸੀਂ ਮੌਕਾ ਦੇਖਦੇ ਹੋ ਜਾਂ ਤੁਸੀਂ ਉਹ ਸਾਰੀਆਂ ਚੀਜ਼ਾਂ ਕਰਦੇ ਹੋ। ਹੁਣ ਜਿਹੜੇ ਰੱਖਣਾ ਹੀ 5 ਸਾਲ 10 ਸਾਲ 15 ਸਾਲ ਲਈ ਹੈ ਉਹਨਾਂ ਲਈ ਅੱਜ ਮਾਰਕੀਟ ਕਿੱਥੇ ਹੈ, ਹਾਊ ਡਜ਼ ਇਟ ਮੈਟਰ? ਮੈਟਰ ਨਹੀਂ ਕਰਦਾ। ਓਬਵੀਅਸਲੀ 15 ਸਾਲ ਬਾਅਦ ਤਾਂ ਬਹੁਤ ਉੱਪਰ ਹੀ ਹੋਏਗੀ ਨਾ, ਉੱਪਰ ਹੀ ਹੋ ਗਿਆ, ਗਰੋਥ ਹੋ ਰਹੀ ਜਿੱਦਾਂ ਕਿ ਗਰੋਥ ਇਕਨੋਮੀ ਸਾਡੀ ਵੱਧ ਰਹੀ ਹੈ ਤਾਂ। ਹਾਂਜੀ, ਇਹ ਤਾਂ ਹੈ ਨਹੀਂ ਕਿ 15 ਸਾਲ ਬਾਅਦ ਮਾਰਕੀਟ ਇੱਥੇ ਵਾਪਸ ਆ ਜਾਏ। ਅੱਜ ਤੋਂ 15 ਸਾਲ ਪਹਿਲਾਂ ਜਿੱਥੇ ਸੀਗੀ ਅੱਜ ਹੈ ਹੀ ਨਹੀਂ। 1992 ਚ ਲੋਕੀ ਕਹਿੰਦੇ ਸੀ ਸ਼ਾਇਦ 5000 ਨਿਫਟੀ ਨਾਲ ਅੱਗੇ ਜਾਂ ਸੈਂਸੈਕਸ ਕਦੀ ਸ਼ਾਇਦ ਕਿ 5000 3000 ਤੋਂ 5000 ਨਾ ਲੱਗੇ, 50-60,000 ਤੇ ਫਿਰਦਾ। ਤੁਸੀਂ ਕਿੱਥੇ ਬੀਟ ਕਰ ਸਕਦੇ ਗਰੋਥ? ਕੰਟਰੀ ਵੱਧ ਰਹੀ ਹੈ ਸਾਡੀ, ਵੀ ਆਰ ਗਰੋਇੰਗ ਨੇਸ਼ਨ। ਤਾਂ ਜੇ ਗਰੋਥ ਹੋ ਰਹੀ ਹੈ ਤਾਂ 15 ਸਾਲ ਬਾਅਦ ਤੁਸੀਂ ਗਰੋ ਹੋਊਗੇ ਹੀ ਹੋਊ। ਸੋ ਇਟ ਇਜ਼ ਆਲ ਅਬਾਊਟ ਸਟਾਰਟਿੰਗ। ਲੌਂਗ ਟਰਮ ਪੀਪਲ ਸ਼ੁੱਡ ਸਟਾਰਟ। ਇਟ ਡਜ਼ਨਟ ਮੈਟਰ ਉਹ 20 ਸਾਲ ਦੇ ਨੇ, ਉਹ 30 ਸਾਲ ਦੇ ਨੇ, 40 ਸਾਲ ਦੇ ਨੇ। ਕਦੇ ਵੀ ਸ਼ੁਰੂ ਕਦੀ ਵੀ ਹੋ ਸਕਦਾ। ਮੋਸਟਲੀ ਮੈਂ ਜਿੰਨਾ ਕੁ ਵੀ ਅੱਜ ਤੱਕ ਦੇਖਿਆ ਕੈਲਕੂਲੇਟਰਸ ਵਰਕ, ਗਰੋਥ ਤੇ ਕੈਲਕੂਲੇਟਰ ਵੀ ਹੈ, ਤੁਸੀਂ ਆਪਣੀ ਸਿਪ ਦੇ ਨਾਲ ਕੈਲਕੂਲੇਟ ਕਰ ਸਕਦੇ ਹੋ ਕਿ ਮੈਂ ਕਿੰਨੇ ਪੈਸੇ ਕਮਾ ਲੂੰਗਾ। ਇੱਕ 72 ਰੂਲ ਆਫ 72 ਹੈ ਕਿ ਜਿੰਨੀ ਵੀ ਰੇਟ ਆਫ ਰਿਟਰਨ ਤੁਹਾਨੂੰ ਮਿਲ ਰਹੀ ਹੈ 72 ਨੂੰ ਉਹਦੇ ਨਾਲ ਡਿਵਾਈਡ ਕਰ ਦਿਓ। ਅੱਛਾ, ਜੋ ਵੀ ਨੰਬਰ ਆਏਗਾ ਇਜ਼ ਦੀ ਅਮਾਊਂਟ ਆਫ ਟਾਈਮ ਆਫ ਈਅਰਸ ਜੋ ਤੁਹਾਨੂੰ ਆਪਣਾ ਪੈਸਾ ਡਬਲ ਕਰਨ ਨੂੰ ਲੱਗਣਗੇ। ਤੇ ਜਿਵੇਂ ਆਪਾਂ 72 ਨੂੰ 10% ਸਾਨੂੰ ਰਿਟਰਨ ਮਿਲ ਰਿਹਾ ਤਾਂ 7 ਸਾਲ ਬਾਅਦ ਤੁਹਾਡਾ ਪੈਸਾ ਡਬਲ ਹੋ ਜਾਏਗਾ। ਤਾਂ ਆਈ ਥਿੰਕ ਜਿਹਨੇ 15 ਸਾਲ ਸੋਚਿਆ 7 ਸਾਲ ਤੋਂ ਉਹਦਾ ਪੈਸੇ ਡਬਲ ਹੋ ਰਿਹਾ। 8 ਲਾ ਲਓ ਤਾਂ 9 ਸਾਲ ਹੋ ਗਏ, 8% ਰਿਟਰਨ। 8 ਜਾਂ 9 ਸਾਲ ਬਾਅਦ ਤੁਹਾਨੂੰ ਗੈਟ ਦੈਟ। ਤਾਂ ਇਟ ਇਜ਼ ਆਲ ਅਬਾਊਟ ਸਟਾਰਟਿੰਗ ਫॉर ਪੀਪਲ ਹੂ ਆਰ ਲੌਂਗ ਟਰਮ। ਮਾਰਕੀਟ ਸਿਨੈਰੀਓਜ਼ ਨਹੀਂ ਮੈਟਰ ਕਰਦਾ, ਠੀਕ ਹੈ ਨਾ। ਅੱਜ ਅੱਪਰ ਹੋਏਗਾ, ਥੋੜਾ ਜਿਹਾ ਵੇਟ ਕਰ ਲਓ। ਵੈਨ ਯੂ ਸੀ ਦ ਸਿਨੈਰੀਓਜ਼ ਚੇਂਜਿੰਗ ਕਿ ਹਾਂਜੀ ਵਾਰ ਦੀ ਕੰਡੀਸ਼ਨ ਸੀਗੀ ਹੁਣੇ, ਜਾਂ ਟੈਰਿਫਸ ਹੋ ਜਾਂਦਾ ਹੈ, ਜਾਂ ਕੋਈ ਗਵਰਨਮੈਂਟ ਚੇਂਜ ਹੋਣੀ ਹੈ, ਉਹੋ ਜਿਹੇ ਮੌਕਿਆਂ 'ਤੇ ਨਾ ਕਰੋ, ਠੀਕ ਹੈ ਨਾ। ਉਹ ਜਿਹੇ ਮੌਕਿਆਂ 'ਤੇ ਇੱਕ ਸੈਟਲ ਡਾਊਨ ਹੋਣ ਦਾ ਵੇਟ ਕਰ ਲਓ। ਜਿਵੇਂ 2 ਦਿਨ ਵਾਰ ਚੱਲੀ ਇੱਕਦਮ ਗਿਰ ਗਿਆ ਬਾਜ਼ਾਰ, ਤੁਸੀਂ ਅੱਜ ਬੈਠ ਕੇ ਕਿ ਅੱਜ ਮੈਂ ਲਾਊਂ, ਕਿਉਂਕਿ ਉਸ ਦਿਨ ਤਾਂ ਐਗਜ਼ੀਕਿਊਟ ਕਰਨਾ ਤੁਹਾਡਾ ਪੋਸੀਬਲ ਨਹੀਂ। ਜਿਹੜੇ ਕਰ ਲੈਂਦੇ ਨੇ ਬਹੁਤ ਅੱਛਾ। ਕੀ ਹੋਇਆ, ਬਾਜ਼ਾਰ 2% ਗਿਰਿਆ, ਅਗਲੇ ਦਿਨ ਸਿੱਧੇ 2% ਉੱਪਰ ਖੁੱਲ੍ਹ ਗਿਆ, ਅਗਲੇ ਦਿਨ 1% ਫਿਰ ਨੀਚੇ ਗਿਰ ਗਿਆ। ਇਹ ਅਨਸਰਟਨਟੀ ਹੈ, ਤੁਸੀਂ ਇਹਨੂੰ ਕੋਈ ਨਹੀਂ ਪ੍ਰੈਡਿਕਟ ਕਰ ਸਕਦਾ। ਇਸ ਧਰਤੀ 'ਤੇ ਕੋਈ ਨਹੀਂ ਹੈ ਜੋ ਮਾਰਕੀਟ ਨੂੰ ਪ੍ਰੈਡਿਕਟ ਕਰ ਸਕਦਾ। ਅਜ਼ੰਪਸ਼ਨਸ ਹੈ। ਲੌਂਗ ਟਰਮ ਵਾਲਿਆਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਫਾਈਂਡ ਅ ਮਿਊਚੁਅਲ ਫੰਡ ਦੈਟ ਯੂ ਅੰਡਰਸਟੈਂਡ। ਫਾਈਂਡ ਜਿਹਦੀ ਰਿਟਰਨਸ ਅੱਛੀਆਂ ਨੇ, ਫਾਈਂਡ ਜਿਨ੍ਹਾਂ ਦਾ ਖਰਚਾ ਘੱਟ ਹੈ, ਐਂਡ ਇਨਵੈਸਟ ਇਨਟੂ ਇਟ। ਏਜ ਵੀ ਕੋਈ ਨਹੀਂ, ਮਤਲਬ ਤੁਸੀਂ 20 'ਚੋਂ 30 'ਚੋਂ ਉਹਦੇ ਲਈ ਤੁਹਾਡੇ ਅਲੱਗ-ਅਲੱਗ ਪੋਰਟਫੋਲੀਓ ਤੁਸੀਂ ਲੈ ਸਕਦੇ। ਇਹ ਹੈ ਉਹਦੇ 'ਚ ਤਾਂ ਹੀ ਦੱਸਦਾ ਨਾ, ਇੱਕ ਹੁੰਦੇ ਨੇ ਗੋਲ ਰਿਲੇਟਡ, ਤੁਸੀਂ ਗੋਲ ਸੈੱਟ ਕਰ ਸਕਦੇ ਹੋ। ਤਾਂ ਉਹਦੀਆਂ ਸਕੀਮਸ ਬਣਾ ਰੱਖੀਆਂ ਨੇ ਕਿ ਮੈਂ ਰਿਟਾਇਰਮੈਂਟ ਫੰਡ ਲੈਣੀ। ਉਹ ਬਚਪਨ ਗੁੱਲਕ ਨਹੀਂ ਰੱਖਦੇ ਤੁਸੀਂ ਪੁਰਾਣੇ ਜ਼ਮਾਨੇ, ਗੁੱਲਕ ਹੀ ਨੇ ਇਹੀ। ਉਹ ਗੁੱਲਕ 'ਚ ਪੈਸਾ ਗਰੋ ਨਹੀਂ ਹੁੰਦਾ, ਤੇ ਥੋੜ੍ਹਾ ਥੋੜ੍ਹਾ ਗਰੋ ਹੋ ਜਾਂਦਾ। ਅਤੇ ਇਹਦੇ ਨਾਲ ਕੀ ਹੈ ਕਿ ਤੁਸੀਂ ਆਪਣਾ ਗੋਲ ਓਰੀਐਂਟ, ਆਪਣਾ ਟਾਈਮ ਓਰੀਐਂਟ ਕਰਕੇ ਉਸ ਹਿਸਾਬ ਨਾਲ ਦੇਖ ਸਕਦੇ ਹੋ। ਜਿਹਨੇ ਦੇਖਣਾ ਕਿ ਮੈਂ ਅਗਲੇ 5 ਸਾਲ ਲਈ ਰੱਖਣਾ, ਤਾਂ ਉਹਦਾ ਪਿਛਲੇ 5 ਸਾਲ ਦੀ ਗਰੋਥ ਦੇਖ ਲਓ। ਜੇ ਉਹ 5 ਸਾਲ ਦੀ ਗਰੋਥ ਤੁਹਾਨੂੰ ਸਮਝ ਆ ਰਹੀ ਹੈ, ਇਟ ਇਜ਼ ਹਾਈਲੀ ਅਨਲਾਈਕਲੀ ਕਿ ਉਹ ਅਗਲੇ 5 ਸਾਲ 'ਚ ਉਹ ਜਾਂ ਨਾ ਦੇਵੇ। ਚਲੋ ਵਰਸਟ ਕੇਸ ਸਿਨੈਰੀਓ ਪਿਛਲੇ 5 ਸਾਲ 'ਚ ਉਹਨੇ 20% ਦਿੱਤੇ, ਤਾਂ ਹੁਣ 18 ਦੇ ਲੂਗਾ, 17 ਦੇ ਲੂਗਾ। ਉਹ ਵੀ ਐਫਡੀ ਨਾਲੋਂ ਬੈਟਰ ਹੈ। ਐਫਡੀ ਨਾਲੋਂ ਤਾਂ ਬੈਟਰ ਹੈ, ਠੀਕ ਹੈ ਨਾ। ਜਿਹੜੇ ਸੇਫ ਖੇਲਣਾ ਚਾਹੁੰਦੇ ਨੇ, ਲਾਈਕ ਹੁਣ ਉਮਰ ਹੁੰਦੀ ਹੈ, ਪੀਪਲ ਹੂ ਆਰ 20 years ਦੇ ਕੈਨ ਟੇਕ ਮੋਰ ਰਿਸਕਸ ਕਿਉਂਕਿ ਉਹਨਾਂ ਕੋਲ ਉਮਰ ਪਈ ਹੈ। ਜਿਹੜੇ 30 ਹੈ ਉਹਨਾਂ ਦਾ ਰਿਸਕ ਵੈਲਿਊ ਘੱਟ, ਜਿਹੜੇ 40 ਹੈ ਥੋੜ੍ਹਾ ਹੋਰ ਘੱਟ। 50-60 ਵਾਲੇ ਤਾਂ ਫਿਰ ਘੱਟ ਰਿਸਕ ਹੈ, ਦੇ ਆਰ ਮੋਰ ਟੂਵਰਡ ਦਾ ਸੇਫ, ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਨੇੜੇ ਹੈ। ਮੈਂ ਕਈ ਤਾਂ ਉਦੋਂ YouTube 'ਤੇ ਕਮੈਂਟਸ ਪੜ੍ਹ ਰਿਹਾ ਸੀਗਾ ਕੁਛ ਅਦਰ ਫੋਰਮ ਦੇ ਜਗ੍ਹਾ 'ਤੇ, ਉਹਦੇ ਲਿਖਿਆ ਸੀਗਾ ਕਿ ਮੈਂ 40 years ਦਾ, ਮੈਂ ਹੁਣ ਕੀ ਕਰਾਂ। ਮੈਂ ਕਿਹਾ ਤੂੰ 40 ਸਾਲ ਦਾ ਅੱਜ ਤੋਂ ਸ਼ੁਰੂ ਕਰਨਾ, 15 ਸਾਲ ਬਾਅਦ 55 ਸਾਲ ਦਾ ਹੁੰਦਾ, 60 'ਤੇ ਤਾਂ ਸਰਕਾਰ ਸੀਨੀਅਰ ਸਿਟੀਜ਼ਨ ਕਹਿੰਦੀ ਹੈ। ਇਫ ਯੂ ਸਟਾਰਟ ਟੂਡੇ ਐਂਡ ਬਾਈ 55 ਤੁਸੀਂ ਆਪਣਾ ਕਾਰਪਸ ਗਰੋ ਕਰ ਸਕਦੇ ਹੋ, ਤੁਸੀਂ ਆਪਣੀ ਕੈਪੀਟਲ ਗਰੋ ਕਰ ਸਕਦੇ ਹੋ। ਇਟਸ ਨਾਟ ਬੈਡ। ਤੁਸੀਂ ਸ਼ੁਰੂ ਤਾਂ ਕਰੋ। ਸਿਰਫ ਮੈਂ 40 ਦਾ ਮੈਂ ਲੇਟ ਹੋ ਗਿਆ ਇਹਦਾ ਮਤਲਬ ਥੋੜ੍ਹਾ। ਅਸੀਂ ਤਾਂ 42 ਦੇ ਹੋ ਗਏ ਹਾਂ। ਅਸੀਂ ਉਹੀ ਗੱਲ ਹੈ ਕਿ ਸੋਚਣਾ ਦੀ ਗੱਲ ਹੈ ਕਿ 30 ਵਾਲੇ ਕੋਲ ਪੈਸੇ ਨਹੀਂ ਹੁੰਦੇ, 30 ਵਾਲੇ ਕੋਲ ਵੀ ਪੈਸੇ ਨਹੀਂ ਹੁੰਦੇ, 40 ਵਾਲੇ ਕੋਲ ਤਾਂ ਧਾਰੀ ਲੱਗ ਜਾਂਦਾ ਕਿ ਮੈਂ ਲੇਟ ਹੋ ਗਿਆ। ਤਾਂ ਇਟ ਇਜ਼ ਆਲ ਅਬਾਊਟ ਸਟਾਰਟਿੰਗ। ਪਰ ਉਹ ਤਾਂ ਕਦੀ ਤਾਂ ਤੁਹਾਨੂੰ ਸਟੈਪ ਲੈਣਾ ਚਾਹੀਦਾ। ਦੇਖੋ ਮੈਨੂੰ ਲੱਗਦਾ ਕਿ ਆਪਣੀ ਫੈਮਿਲੀ ਲਈ, ਆਪਣੇ ਲਈ, ਆਪਣੇ ਫਿਊਚਰ ਹੂ ਸੇਜ਼ ਕਿ ਬਹੁਤ ਵੱਡਾ ਪੈਸਾ ਲਾਓਗਾ। ਕਿਹਨੇ ਕਿ 100 ਰੁਪਏ ਤੋਂ ਸ਼ੁਰੂ ਹੋਣਾ, ਤੁਸੀਂ 100 ਰੁਪਏ ਮਹੀਨੇ ਦਾ ਸ਼ੁਰੂ ਤਾਂ ਕਰੋ, ਸਾਲਾਨਾ ਇੰਕਰੀਜ਼ ਕਰਦੇ ਜਾਓ ਹੌਲੀ ਹੌਲੀ।
ਹੌਲੀ-ਹੌਲੀ ਦੇਖੋ ਬਹੁਤ ਵਧੀਆ ਰਿਟਰਨਸ ਲਈ ਕੋਈ ਕਵੇ ਮੈਂ 100 ਰੁਪਏ ਲਾ ਲਾ, ਉਹ ਦੂਸਰੇ ਦਾ ਕਰੋੜਾਂ ਬਣ ਗਏ। ਤੁਹਾਡੇ ਸ਼ਾਇਦ ਨਾ ਬਣਨ, ਬਟ 100 ਤਾਂ ਗਰੋ ਹੋ ਹੀ ਜਾਏਗਾ ਨਾ। ਇਟ ਇਜ਼ ਆਲ ਅਬਾਊਟ ਜਿਹੜੀ ਉਹ ਰਿਟਰਨਸ ਹੈ, ਉਹ ਇਸ ਤੇ ਡਿਪੈਂਡ ਨਹੀਂ ਕਰਦੀ ਕਿ ਉਹ ਮਿਊਚੁਅਲ ਫੰਡ ਕਿੰਨੇ ਦਾ ਹੈ। ਤੁਸੀਂ ਮਿਊਚੁਅਲ ਫੰਡ ਜਾ ਕੇ ਦੇਖੋਗੇ ਉੱਥੇ ਇੱਕ ਐਵਰੇਜ ਵੈਲਿਊ ਆ ਜਾਂਦੀ ਹੈ ਕਿ ਉਹਨਾਂ ਦਾ ਉਹ ਮਿਊਚੁਅਲ ਫੰਡ ਦੀ ਕੀ ਵੈਲਿਊ, ਮਤਲਬ ਕਿੰਨਾ ਪੈਸਾ ਉਹਨਾਂ ਕੋਲ ਹੈਗਾ। ਕੋਈ 70,000 ਕਰੋੜ ਦੇਊਗਾ, 20,000 ਕਰੋੜ ਦਾ ਦੇਊਗਾ, ਠੀਕ ਹੈ ਨਾ। ਉਹ ਚੀਜ਼ਾਂ ਦੇ ਨਾਲ ਇਹ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਪੈਸਾ ਲਾਇਆ। ਜੇ ਉਹ 20% ਦੀ ਰਿਟਰਨ ਹੈ, ਉਹ ਤੁਹਾਡੇ ਪੈਸੇ ਦੀ 20% ਦੀ ਰਿਟਰਨ ਹੈ। ਉਹ ਯੂਨਿਟ 1 ਲਿੱਤਾ ਹੋਵੇ ਤੁਸੀਂ ਜਾਂ 100 ਲਿੱਤੇ ਹੋਣ, ਉਹਦੇ ਨਾਲ ਮੈਟਰ ਨਹੀਂ ਕਰੇਗਾ। ਉਹ 10% ਤੁਹਾਡੇ ਉਹ 100 ਰੁਪਏ, 1000 ਰੁਪਏ, 10,000 ਰੁਪਏ ਤੇ ਹੀ ਮਿਲਣਾ। ਤਾਂ ਯੂ ਕੈਨ ਸਟਾਰਟ ਵਿਦ ਹਾਊ ਮਚ ਐਵਰ ਯੂ ਵਾਂਟ। ਸਟਾਰਟ ਵਿਦ 100 ਰੁਪੀਜ਼ ਮੈਂ ਕਹਿੰਦਾ। ਹਰ ਮਹੀਨੇ 100 ਰੁਪਏ ਦਾ 200 ਕਰ ਲਓ, ਅਗਲੇ ਮਹੀਨੇ 300 ਕਰ ਲਓ, ਅਗਲੇ ਮਹੀਨੇ 400 ਕਰ, ਹੌਲੀ-ਹੌਲੀ ਵਧਾ ਲਓ, ਪਹੁੰਚ ਜਾਣਾ 1000 ਤੇ। ਅੱਜ ਕੌਣ ਕਹਿੰਦਾ ਬਹੁਤ ਸਾਰੇ ਲੋਕ, ਕਿਉਂਕਿ ਇੱਥੇ ਆਪਣੀ ਸੋਸ਼ਲ ਸਿਕਿਉਰਿਟੀ ਤਾਂ ਇਸ ਦੇਸ਼ ਹੈ ਨਹੀਂ, ਤਾਂ ਜਿਹੜੀ ਖੁਦ ਤੁਹਾਨੂੰ ਰਿਟਾਇਰਮੈਂਟ ਪਲਾਨ ਕਰਨੀ ਪਊਗੀ। ਹਰ ਬੰਦਾ ਕੋਈ ਸਰਕਾਰੀ ਜੌਬ ਤੇ ਵੀ ਹੈ ਨਹੀਂ, ਫੰਡ ਵੀ ਨਹੀਂ, ਕੋਈ ਆਰਗੇਨਾਈਜ਼ ਸੈਕਟਰ ਦੇ ਵਿੱਚ ਹੈ ਵੀ ਨਹੀਂ। ਤਾਂ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਮੈਨੂੰ ਲੱਗਦਾ ਇਹ ਚੀਜ਼ਾਂ ਬਹੁਤ ਜ਼ਰੂਰੀ ਉਹੀ ਹੈ, ਕਿਉਂਕਿ ਆਨਲਾਈਨ ਲੋਕਾਂ ਨੇ ਨਾ ਗਿਆਨ ਦਿੱਤਾ ਕਿ ਮੇਰਾ 30,000 ਤੋਂ ਸਿਰਫ ਸ਼ੁਰੂ ਕਰ ਲਈ, ਮੈਂ 50,000 ਤੋਂ ਸ਼ੁਰੂ ਕਰ ਲਈ। ਯਾਰ ਨਹੀਂ ਜ਼ਰੂਰਤ, ਮੈਨੂੰ ਨਹੀਂ ਚਾਹੀਦੇ ਆਪਣੇ ਰਿਟਾਇਰਮੈਂਟ 'ਚ 50 ਕਰੋੜ ਰੁਪਇਆ। ਮੈਨੂੰ ਨਹੀਂ ਚਾਹੀਦਾ ਯਾਰ 1 ਕਰੋੜ, ਮੈਂ ਤਾਂ ਕਰੋੜ ਤੇ ਵੀ ਖੁਸ਼ ਹੋਇਆ। ਕਰੋੜ ਤੇ ਵੀ ਬਹੁਤ ਸਾਰੇ ਲੋਕ ਆ, ਠੀਕ ਹੈ ਨਾ। ਕਈ ਕਹਿੰਦੇ ਅਸੀਂ ਵੱਡਾ ਬ੍ਰਾਂਡ ਨਹੀਂ ਬਣਨਾ, ਅਸੀਂ ਇੰਨਾ ਕੀ ਬਣਨਾ ਚਾਹੁੰਦੇ। ਕਈ ਕਹਿੰਦੇ ਐਟ ਦੀ ਐਂਡ ਆਫ ਦ ਡੇ ਤਾਂ ਗੋਲ ਇਹ ਹੋਣਾ ਚਾਹੀਦਾ ਕਿ ਤੁਹਾਡਾ ਲਾਈਫ ਸਟਾਈਲ ਵਧੀਆ, ਤੁਹਾਡਾ ਆਪਣਾ ਲਾਈਫ ਜੀਣ ਦਾ ਮਕਸਦ ਤੁਹਾਨੂੰ ਬੈਠੋ, ਤੁਹਾਨੂੰ ਬੱਸ 'ਚ ਘੁੰਮ ਕੇ ਮਜ਼ਾ ਆਉਂਦਾ, ਤੁਸੀਂ ਖੁਸ਼ੀ ਨਾਲ ਉਸ ਬੱਸ 'ਚ ਬੈਠ ਕੇ ਘੁੰਮ ਸਕੋ। ਨਹੀਂ ਲੈਣੀ ਗੱਡੀ, ਕਿਸੇ ਨੂੰ ਗੱਡੀ 'ਚ ਮਜ਼ਾ ਆਉਂਦਾ, ਕਿਸੇ ਨੂੰ ਗੱਡੀ 'ਚ ਡਰਾਈਵਰ ਰੱਖਿਆ ਹੋਇਆ, ਮਤਲਬ ਮੈਂ ਦੇਖਿਆ 2-2 3-3 ਕਰੋੜ ਦੀਆਂ ਗੱਡੀਆਂ ਲੈ ਲੈਣਗੇ, ਆਪ ਪਿੱਛੇ ਬੈਠੇ ਨੇ, ਫਾਇਦਾ ਜੀ। ਤਾਂ ਉਹ ਟੈਨਸ਼ਨ ਆਏ ਤਾਂ ਉਹੀ ਹਾਲ ਹੈ ਉਹਦਾ। ਸਹੀ ਗੱਲ। ਫਿਰ ਉਹੀ ਹੈ ਨਾ, ਕਿਸੇ ਨੂੰ ਪਲੇਨ 'ਚ ਘੁੰਮ ਕੇ ਮਜ਼ਾ ਆਉਂਦਾ, ਕਿਸੇ ਨੂੰ ਟ੍ਰੇਨ ਟਰੈਵਲ 'ਚ ਬਹੁਤ ਮਜ਼ਾ ਆਉਂਦਾ। ਤੁਸੀਂ ਬਹੁਤ ਸਾਰੇ ਟਰੈਵਲਿੰਗ ਬੈਕਪੈਕਰ ਦੇਖੋ ਜਿਹੜੇ ਪਲੇਨ ਨਹੀਂ ਲੈਂਦੇ, ਮਤਲਬ ਮੈਂ 4 ਦਿਨ ਦਾ ਟ੍ਰੇਨ ਦਾ ਸਫ਼ਰ ਕਰਨਾ ਚਾਹੀਦਾ। ਇਟ ਇਜ਼ ਆਲ ਅਬਾਊਟ ਕਿ ਤੁਸੀਂ ਕਿਹੋ ਜਿਹੀ ਤੁਹਾਡੀ ਲਾਈਫ ਸਟਾਈਲ ਤੁਹਾਡੇ ਲਈ ਬੈਟਰ ਹੋਣੀ ਚਾਹੀਦੀ ਹੈ। ਬਿਲਕੁਲ, ਤੁਸੀਂ ਜਿੱਥੇ ਹੈਗੇ ਹੋ, ਤੁਸੀਂ ਜਿੱਥੇ ਹੈਗੇ ਹੋ, ਤੁਸੀਂ ਜਿਹੋ ਜਿਹੀ ਲਾਈਫ ਸਟਾਈਲ ਚਾਹੁੰਦੇ ਹੋ, 1 ਕਰੋੜ ਚਾਹੋ, ਉਹ ਲੱਖ ਰੁਪਏ ਚਾਹੋ। ਆਪਣੇ ਸ਼ਾਇਦ ਬਹੁਤ ਸਾਰੇ ਹੋਣਗੇ ਜੋ ਕੋਈ 10 ਲੱਖ ਰੁਪਏ ਮਹੀਨੇ ਦਾ ਕਮਾ ਰਿਹਾ ਹੋਵੇਗਾ, ਕੋਈ 10,000 ਕਮਾ ਰਿਹਾ ਹੋਵੇਗਾ, ਠੀਕ ਹੈ ਨਾ। ਇਹ ਤਾਂ ਨਹੀਂ ਹੈਗਾ ਕਿ ਉਹ 10 ਲੱਖ ਵਾਲੇ ਦੀ ਜ਼ਿੰਦਗੀ ਸ਼ਾਇਦ ਉਹਨੂੰ ਨਾ ਸਮਝ ਆਵੇ। ਤਾਂ ਤੁਸੀਂ ਆਪਣੇ ਹਿਸਾਬ ਨਾਲ ਦੇਖੋ, ਆਪਣੇ ਹਿਸਾਬ ਨਾਲ ਕਾਰਪੋਰੇਟ ਸ਼ੁਰੂ ਕਰੋ, 100 ਰੁਪਏ ਤੋਂ ਸ਼ੁਰੂ ਕਰੋ, ਸਟਾਰਟ ਇਟ। ਜਦੋਂ ਤੁਹਾਨੂੰ ਆਦਤ ਪੈ ਜਾਏਗੀ ਉਹ ਪੈਸਾ ਅਲੱਗ ਤੋਂ ਕੱਢ ਕੇ ਯੂਜ਼ ਕਰਨ ਦੀ, ਓਬਵੀਅਸਲੀ ਗਰੋ ਹੋ ਜਾਏਗਾ। ਨਹੀਂ ਸਹੀ ਆ। ਮੈਨੂੰ ਲੱਗਦਾ ਕਿ ਇਸ ਵੀਡੀਓ ਦੇ ਵਿੱਚ ਜਿਹੜਾ ਮਿਊਚੁਅਲ ਫੰਡ ਦਾ ਇੱਕ ਓਵਰਵਿਊ ਤਾਂ ਮਿਲਿਆ ਹੋਊਗਾ ਜੀ ਬਿਲਕੁਲ, ਕਿ ਉਹਦੇ ਅਲੱਗ-ਅਲੱਗ ਕਿਹੜੇ-ਕਿਹੜੇ ਟਾਈਪਸ ਹੈਗੀਆਂ, ਕਿਹੜੀ ਏਜ ਚਾਹੀਦੀ ਆ, ਕਿੰਨਾ ਪਰਸੈਂਟ ਆ। ਮਤਲਬ ਵੈਸੇ ਤਾਂ ਵੀਡੀਓਜ਼ ਬਹੁਤ ਨੇ, ਪਰ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਚੰਗੇ ਤਰੀਕੇ ਨਾਲ ਸਮਝਾ ਪਾ ਰਹੇ ਨੇ ਜਾਂ ਕਰ। ਬੇਸਿਕਲੀ ਪੰਜਾਬੀ ਦੇ ਨਾਲ ਇੱਕ ਜ਼ਰੀਆ ਹੈ, ਕਿਉਂਕਿ ਉਹ ਸਿਰਫ ਆਪਣੇ ਨਜ਼ਰੀਏ ਨਾਲ ਉਹਨਾਂ ਨੇ ਕੁਝ ਕਮਾ ਲਿਆ, ਕੁਝ ਉਹ ਇੱਕੋ ਇੱਕ ਨਜ਼ਰੀਏ ਤੇ ਬੈਠੇ ਨੇ ਕਿ ਇੰਨਾ ਸਾਰਾ ਪੈਸਾ ਜੀ। ਹੁਣ ਸਾਰਿਆਂ ਨੇ SWP ਪ੍ਰਮੋਟ ਕਰਤਾ। SWP ਸਿਰਫ ਉਹਦੇ ਲਈ ਫਾਇਦਾ ਹੈ ਜਿਹਦੇ ਕੋਲ ਲਮਸਮ ਅਮਾਊਂਟ ਪਈ ਹੈ। SWP ਤੇ ਸਿਪ ਨਹੀਂ ਲੱਗਦੀ। ਉਹ ਪੂਰਾ ਉਹਦੇ ਬਾਰੇ ਦੱਸੋ। ਉਹ ਆਪਾਂ ਅਗਲੇ 'ਚ ਕਰਾਂਗੇ। ਨਹੀਂ, ਇਹ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਕਿਉਂਕਿ ਇਹਦੇ 'ਚ ਬਹੁਤ ਡੀਪ ਆਪਾਂ ਟਰਾਈ ਕਰਾਂਗੇ ਇਨਕਮਿੰਗ ਵੀਡੀਓਜ਼, ਹਰ ਇੱਕ ਸੈਗਮੈਂਟ ਨੂੰ ਕੱਲਾ ਲੈ ਕੇ, ਔਰ ਉਹਦੇ ਵਿੱਚ ਕੀ ਉਹਦੇ ਬੈਨੀਫਿਟਸ ਹੈ, ਕੀ ਉਹਦੇ ਰਿਸਕ ਹੈ, ਕੀ ਦੇਖਣਾ ਚਾਹੀਦਾ, ਆਪਾਂ ਉਹਨੂੰ ਮੈਂ ਡੀਪ ਐਕਸਪਲੇਨ ਕਰਦਾ। ਬਿਲਕੁਲ ਨਹੀਂ, ਪਰ ਹਾਂ ਇਹਦੇ ਵਿੱਚ ਮਿਊਚੁਅਲ ਫੰਡ ਹੋ ਗਿਆ, ਅੱਗੇ ਆਪਾਂ ਸਿਪ ਦੀ ਗੱਲ ਕਰ ਸਕਦੇ ਹਾਂ, SWP ਦੀ, ਕਿਵੇਂ ਇਨਵੈਸਟ ਕਰੀਏ, ਕਿਵੇਂ ਕਰੀਏ, ਨੈਕਸਟ ਸਟੈਪ ਹੈ ਕਿਵੇਂ ਤੁਸੀਂ ਉਹਨੂੰ ਚੂਜ਼ ਕਰਨਾ, ਆਪਣੇ ਪੋਰਟਫੋਲੀਓ ਕਿਹੜਾ ਚਾਹੀਦਾ, ਉਹਦੇ ਵਿੱਚ ਵੈਸੇ ਦੱਸਿਆ ਵੀ ਹੈ। ਤੁਸੀਂ ਇਹ ਲਾ ਲਓ ਕਿ ਆਪਾਂ ਬਿਲਕੁਲ ਸਰਫੇਸ ਤੇ ਨਾ ਬਸ ਐ ਉਂਗਲ ਫੇਰੀ ਹੈ, ਹੈਗਾ ਆਪਾਂ ਐਕਸਪਲੇਨ ਕਰਾਂਗੇ, ਜ਼ਰੂਰ ਕਰਾਂਗੇ। ਬਿਲਕੁਲ। ਅਤੇ ਜਾਂਦੇ ਆਪਾਂ ਇਹ ਸਾਈਕੋਲੋਜੀ ਜਿਹੜੀ ਆ, ਪੈਸੇ ਦੇ ਨਾਲ ਤੁਹਾਡਾ ਰਿਲੇਸ਼ਨ ਹੈ, ਉਹਦੇ ਬਾਰੇ ਕੋਈ ਇੱਕ ਦੇਖੋ, ਪੈਸੇ ਨਾਲ ਰਿਲੇਸ਼ਨ ਮੈਂ ਪਹਿਲਾਂ ਤੋਂ ਕਹਿੰਦਾ ਕਿ ਮਾਈਂਡਸੈਟ ਦੇ ਵਿੱਚ ਯੂ ਹੈਵ ਟੂ ਇਨਵੈਸਟ ਮਨੀ ਦੈਟ ਯੂ ਡੋਂਟ ਨੀਡ। ਉਹ ਪੈਸਾ ਜਿਹਦੀ ਤੁਹਾਨੂੰ ਰੋਜ਼ਮर्रा ਜ਼ਿੰਦਗੀ 'ਚ ਨਹੀਂ ਜ਼ਰੂਰਤ ਹੈਗੀ, ਉਹਦੇ ਨਾਲ ਇਨਵੈਸਟਿੰਗ ਸ਼ੁਰੂ ਕਰ ਰਿਹਾ। ਪੈਸੇ ਤੋਂ ਡਰੋ ਨਾ, ਕਿਤੇ ਨਹੀਂ ਜਾਂਦਾ। ਠੀਕ ਹੈ ਨਾ। ਹਰ ਕੋਈ ਇਨਵੈਸਟ ਕਰਦਾ, ਹਰ ਕੋਈ ਆਪਣੇ ਪੈਸੇ ਨੂੰ ਇਨਵੈਸਟ ਨਾ ਕਰੋ। ਲੋਕਾਂ ਨੂੰ ਐਂ ਲੱਗਦਾ ਇਨਵੈਸਟ ਕਹਿੰਦਾ ਤਾਂ ਸਟਾਕ ਮਾਰਕੀਟ ਦੀ ਗੱਲ ਕਰਦਾ। ਆਪਣੇ ਪੈਸੇ ਨੂੰ ਕੰਮ ਤੇ ਲਾਓ। ਜਿਹਦਾ ਆਪਾਂ ਲਾਸਟ ਕੀਤੀ ਹੈ ਨਾ ਉਹਨੂੰ ਕਮਾਉਣ ਲਈ, ਹਾਂਜੀ, ਹੁਣ ਉਹਨੂੰ ਵੀ ਤਾਂ ਤੁਹਾਡੇ ਲਈ ਮਿਹਨਤ ਕਰਨ ਦਾ ਹੱਕ ਬਣਦਾ ਹੈ ਕਿ ਨਹੀਂ ਬਣਦਾ। ਉਹ ਲਗਾਓ। ਤੁਹਾਨੂੰ ਪੈਸੇ ਨਾਲ ਪਿਆਰ ਹੋਣਾ ਚਾਹੀਦਾ, ਪਰ ਪੈਸੇ ਤੋਂ ਡਰ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਅੱਛਾ, ਇੱਕ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ, ਜੋ ਹੋ ਗਿਆ ਉਹ ਹੋ ਗਿਆ, ਉਸ ਤੇ ਨਾ ਬੈਠੋ। ਉਹ ਤੁਹਾਡਾ
ਫਿਊਚਰ ਨਹੀਂ, ਉਹ ਪ੍ਰੈਜ਼ੈਂਟ ਹੋ ਸਕਦਾ, ਉਹ ਫਿਊਚਰ ਨਹੀਂ। ਹੋ ਗਿਆ, ਅਸੀਂ ਪਿੱਛੇ ਜਾ ਕੇ ਕੁਝ ਨਹੀਂ ਚੇਂਜ ਕਰ ਸਕਦੇ। ਹੂੰ, ਅੱਜ ਸੋਚੋ ਕਿ ਕੀ ਹੋਣਾ। ਤੁਹਾਡਾ ਕਦੀ ਪੁਰਾਣਾ ਲਾਸ ਹੋਇਆ, ਅੱਜ ਉਹਨੂੰ ਰਿਕਵਰ ਕਰਨ ਨਾ ਆਊਗਾ, ਕਦੀ ਨਹੀਂ ਹੋਏਗਾ। ਮੈਂ ਆਈ ਕੈਨ ਗਾਰੰਟੀ ਔਨ ਇਟ, ਜੇ ਤੁਸੀਂ ਮਾਰਕੀਟ 'ਚ ਆਪਣੇ ਲਾਸ ਰਿਕਵਰ ਤੇ ਗਏ ਹੋ, ਕਦੀ ਨਹੀਂ ਹੋਣਾ। ਪਰ ਜੇ ਤੁਸੀਂ ਮਾਰਕੀਟ ਦੇ ਵਿੱਚ ਵਾਪਸ ਬੈਠੇ ਹੋ ਕਿ ਮੈਂ ਗਰੋਥ ਲਈ ਆਇਆ ਹਾਂ ਜਾਂ ਮੈਂ ਕੁਝ ਅੱਗੇ ਕਰਨਾ ਚਾਹੁੰਦਾ, ਉਸ ਨਜ਼ਰੀਏ ਨਾਲ ਆਓਗੇ ਤਾਂ ਜ਼ਰੂਰ ਅੱਛੇ ਰਿਜ਼ਲਟਸ ਮਿਲਣਗੇ। ਤਾਂ ਮਤਲਬ ਪੈਸੇ ਦਾ ਹਰ ਕਿਸੇ ਦਾ ਇੱਕ ਜਿਹੜਾ ਨਜ਼ਰੀਆ, ਉਹ ਹਰ ਕਿਸੇ, ਜਿਵੇਂ ਆਪਾਂ ਲਾਈਫ ਦੀ ਗੱਲ ਕੀਤੀ ਕਿ ਲਾਈਫ ਸਟਾਈਲ ਹੈ, ਕਿਸੇ ਦਾ 10 'ਚ ਸਰ ਜਾਂਦਾ, ਕਿਸੇ ਦਾ 1000 'ਚ ਸਰ ਜਾਂਦਾ ਜੀ। ਉਹ ਸਾਈਕੋਲੋਜੀ ਤੁਸੀਂ ਆਪਣੇ ਪੈਸੇ ਨਾਲ ਰੱਖਣੀ ਜ਼ਰੂਰੀ ਹੈ। ਹੂੰ, ਠੀਕ ਹੈ ਨਾ, ਪੈਸੇ ਨੂੰ ਤੁਸੀਂ ਹੌਲੀ ਹੌਲੀ ਗਰੋ ਹੁੰਦਾ ਦੇਖੋ। ਅੱਜ ਨਹੀਂ ਬਣਨਾ ਆਪਾਂ ਅਮੀਰ, ਇਟਸ ਅ ਜਰਨੀ। ਪਰ ਉਸ ਜਰਨੀ ਨੂੰ ਬੈਟਰ ਕਿਵੇਂ ਕਰਾਂਗੇ ਕਿ ਉਹ ਨਾਲ ਗਰੋ ਹੁੰਦੇ ਰਹੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਮਹਿੰਗਾਈ ਦਾ ਸਤਰ ਜਾਂ ਇਨਫਲੇਸ਼ਨ ਦੀ ਜਿੱਦਾਂ ਗੱਲ ਕਰਦੇ ਆਪਾਂ, ਉਹ ਉੱਥੇ ਤੱਕ ਹੋ ਚੁੱਕਾ ਹੈ ਜਿੱਥੇ ਅੱਜ ਜੇ ਆਪਾਂ ਗੱਲ ਕਰੀਏ ਸਕੂਲ 'ਚ ਬੱਚੇ ਨੂੰ ਪੜ੍ਹਾਉਣਾ ਇੱਕ ਔਖਾ ਹੋ ਚੁੱਕਾ। ਸਹੀ ਗੱਲ ਹੈ। ਉਹਨਾਂ ਜਰਨਲ ਕਿਸੇ ਨੇ ਕਿਹਾ ਸੀਗਾ, ਸਮ ਆਨਲਾਈਨ ਸਟੱਡੀ, ਮੇਰੇ ਨੂੰ ਕਿਸੇ ਨੇ ਕੋਟ ਨਹੀਂ ਕਰਨਾ, ਕਿ ਉਹ ਕਹਿੰਦੇ ਨੇ ਕਿ ਇੱਕ ਬੱਚੇ ਨੂੰ ਤੁਸੀਂ ਅਗਰ ਅੱਜ ਪੈਦਾ ਕਰਦੇ ਹੋ till 18 ਸਾਲ ਤੱਕ ਕਾਲਜ ਸਟੱਡੀ ਤੱਕ ਤੁਹਾਨੂੰ ਰਫਲੀ 4 ਕਰੋੜ ਰੁਪਏ ਚਾਹੀਦਾ। ਅੱਛਾ। ਤੁਸੀਂ ਇਹ ਫਿਗਰ ਸੋਚ ਕੇ ਇਹ ਸਮਝੋ ਕਿੰਨੇ ਲੋਕੀ ਡਰ ਗਏ ਮੈਨੂੰ। ਆਬਵੀਅਸਲੀ ਤਾਂ ਸ਼ੌਕਿੰਗ ਹੈ। ਮਿਡਲ ਕਲਾਸ ਬੰਦਾ ਸੋਚਦਾ 4 ਕਰੋੜ ਤਾਂ ਮੈਂ ਕਿੱਥੋਂ ਕਮਾ ਲੂੰਗਾ। ਤੇ ਮਿਡਲ ਕਲਾਸ ਦੇ ਬੱਚੇ ਪੜ੍ਹ ਨਹੀਂ ਰਹੇ। ਪੜ੍ਹ, ਸਹੀ ਗੱਲ। ਹਰ ਕਿਸੇ ਦਾ ਨਜ਼ਰੀਆ ਅਲੱਗ ਹੈ, ਕਿ ਕੋਈ 4 ਲੱਖ, ਕੋਈ 4 ਕਰੋੜ। ਇਹ 4 ਕਰੋੜ ਦੀ ਗੱਲ ਕਹਿੰਦੇ, ਸ਼ਾਇਦ ਜਿਹੜੇ ਉਹਨਾਂ ਤੋਂ ਉੱਪਰ ਵਾਲੇ ਬੈਠੇ ਨੇ, ਸ਼ਾਇਦ ਜਿਹਨੇ ਇਹ ਫਿਗਰਸ ਦਿੱਤੀਆਂ, ਜੋ ਉਸ ਤੋਂ ਉੱਪਰ ਬੈਠੇ, ਸ਼ਾਇਦ ਉਹਨੂੰ ਕਹੇ 4 ਕਰੋੜ 'ਚ ਕਿਤੇ ਹੁੰਦਾ। ਆ ਪਲੇਸ ਲਾਈਕ ਮੁੰਬਈ ਹੈ, ਅਗਰ ਤੁਸੀਂ ਕਾਲਜ ਦੇ ਵਿੱਚੋਂ 1 ਕਰੋੜ ਰੁਪਏ ਦਾ ਸਾਲ ਦਾ ਕਾਲਜ ਦਾ ਖਰਚਾ ਆ ਜਾਂਦਾ, ਇੱਦਾਂ ਦੇ ਕਿੱਥੇ ਜਾਓਗੇ ਤੁਸੀਂ? ਸਹੀ ਗੱਲ ਹੈ। ਇਟ ਇਜ਼ ਆਲ ਅਬਾਊਟ ਡੋਂਟ ਬੀ ਅਫਰੇਡ, ਡਰੋ ਨਾ ਇਹ ਚੀਜ਼ਾਂ ਸੁਣ ਕੇ ਕਿ ਕਿਸ ਨੇ ਕਹਿਤਾ ਜੀ ਹਾਏ ਆਹੀ ਇੰਨਾ ਪੈਸਾ ਨਹੀਂ। ਮਿਡਲ ਕਲਾਸ ਦੇ ਬੱਚੇ ਪੜ੍ਹ ਨਹੀਂ ਰਹੇ, ਵਧੀਆ ਪੜ੍ਹ ਰਹੇ ਨੇ, ਮਿਹਨਤ ਕਰ ਸਹੀ ਸਭ ਕਰਦੇ ਨੇ। ਹਰ ਕਿਸੇ ਦਾ ਆਪਣਾ ਆਪਣਾ ਤਰੀਕਾ, ਐਵਰੀਬਡੀ ਫਾਈਂਡਸ ਅ ਵੇ ਅਰਾਊਂਡ। ਤੁਸੀਂ ਬਸ ਇਹ ਦੇਖੋ ਕਿ ਐਵਰੀ ਈਅਰ ਤੁਹਾਡੀ ਲਾਈਫ ਸਟਾਈਲ ਗਰੋਥ ਹੋਵੇ, ਉੱਚ ਗਰੋਥ ਹੋਵੇ। ਉਹਦੇ ਲਈ ਜਿੱਦਾਂ ਤੁਸੀਂ ਕਹੇ ਬਜਟਿੰਗ ਤੋਂ ਲੈ ਕੇ, ਉਹ ਮੈਨੂੰ ਬੜੀ ਵਧੀਆ ਗੱਲ ਲੱਗੀ ਸੀ ਜਿਹੜੀ ਉਸ ਵੀਡੀਓ 'ਚ ਤੁਸੀਂ ਕਹਿੰਦੇ ਬਜਟਿੰਗ। ਮੈਂ ਸਾਡੇ ਵਰਗੇ ਨਹੀਂ ਕਰਦੇ, ਪਰ ਉਹ ਜ਼ਰੂਰੀ ਆ ਬਹੁਤ, ਕਿ ਉਹਦੇ 'ਚ ਇੰਨਾ % ਤੁਸੀਂ ਕੱਢੋ। ਇਸ ਸਾਡੇ ਐਜੂਕੇਸ਼ਨ ਸਿਸਟਮ ਦਾ ਸਭ ਤੋਂ ਵੱਡਾ ਫੇਲੀਅਰ ਹੈ ਕਿ ਅਸੀਂ ਉਹਨੂੰ ਪੈਸਾ ਮੈਨੇਜ ਕਰਨਾ, ਪੈਸਾ ਨਹੀਂ ਸਿਖਾਉਂਦੇ। ਸਕੂਲ ਤੇ ਪੈਸਾ ਤੋਂ ਡਰਾਉਣਾ ਸ਼ੁਰੂ ਕਰ ਦਿੰਦੇ। ਇੱਕ ਸਾਡੇ ਉਹ ਹੁੰਦਾ ਕਿ ਜਿੰਨੀ ਚਾਦਰ ਉਨਾ ਹੀ ਪੈਰ ਪਸਾਰ। ਮਤਲਬ ਠੀਕ ਹੈ, ਬਹੁਤ ਸਬਰ ਬਹੁਤ ਜ਼ਰੂਰੀ ਹੈ, ਮੈਂ ਤਾਂ ਉਹ ਮੰਨਦਾ, ਲੇਕਿਨ ਇਹ ਕਿ ਤੁਸੀਂ ਉਹਨੂੰ ਲਿਮਿਟ ਕਿਉਂ ਕਰਨਾ ਕਿਸੇ ਚੀਜ਼ ਨੂੰ? ਜੇ ਉਹ ਗਰੋ ਕਰ ਸਕਦਾ, ਤੁਸੀਂ ਉਹਦੇ ਅੰਦਰ ਤੁਸੀਂ ਉਹੀ ਹੈ ਨਾ, ਆਪਣਾ ਨਜ਼ਰੀਆ ਰੱਖੋ ਕਿ ਮੈਂ ਅੱਜ ਨਹੀਂ, ਮੈਂ ਸਾਲ ਬਾਅਦ ਇਹ ਚੱਦਰ ਲੰਬੀ ਲਊਂਗਾ। ਮੈਂ ਚੱਦਰ ਹਾਂ, ਉਹਦਾ ਰਸਤਾ ਤਾਂ ਲੱਭੋ ਨਾ। ਫਿਰ ਜੇ ਚੱਦਰ ਤੁਮ ਬਾਹਰ ਨਹੀਂ ਨਿਕਲਣਾ, ਫਿਰ ਨੌਕਰੀ ਵੀ ਕਾਹਤੋਂ ਕਰਨੀ ਹੈ? 2-3 ਸਾਲ ਕੰਮ ਕਰੋ, ਕੋਈ ਖਰਚੇ ਨਾ ਕਰੋ, ਪੈਸੇ ਸਾਹਮਣੇ ਬੈਠੇ ਰਹੋ ਬਸ। ਫਿਰ 2 ਸਾਲ ਬਾਅਦ ਫਿਰ ਕਰ ਲਓ, ਮੀਡੀਓਕਰ ਜ਼ਿੰਦਗੀ ਜੀ ਲਓ। ਇਟ ਇਜ਼ ਆਲ ਅਬਾਊਟ ਕਿ ਤੁਸੀਂ ਆਪਣੇ ਲਾਈਫ ਨੂੰ ਗਰੋ ਕਰ ਰਹੇ ਹੋ। ਤੁਸੀਂ ਕਿਸ ਤਰ੍ਹਾਂ ਆਏ ਹੋ, ਤੁਹਾਡਾ ਕੋਈ ਕੰਟਰੋਲ ਨਹੀਂ ਸੀ ਉਸ 'ਤੇ, ਪਰ ਤੁਸੀਂ ਇਸ ਲਾਈਫ 'ਚੋਂ ਕਿਸ ਤਰ੍ਹਾਂ ਜਾਓਗੇ ਉਸ 'ਤੇ ਤੁਹਾਡਾ ਕੰਟਰੋਲ ਹੈ। ਬਿਲਕੁਲ ਸਹੀ ਹੈ। ਜੇ ਤੁਹਾਡੇ ਆਉਣ ਤੇ ਤੁਹਾਡੇ ਜਾਣ ਦੇ ਵਿੱਚ ਤੁਹਾਡੀ ਲਾਈਫ 'ਚ ਕੋਈ ਫਰਕ ਨਹੀਂ ਆਇਆ, ਇਟਸ ਅ ਵੇਸਟ ਆਫ ਲਾਈਫ। ਸਹੀ ਹੈ। 10 ਸਾਲ ਲੱਗ ਜਾਣ, ਸਾਰੇ ਉਮਰ ਦੀ ਗੱਲ ਕਰਦੇ ਨੇ। KFC ਐਡਾ ਵੱਡਾ ਬ੍ਰਾਂਡ ਆ, ਤੇ ਬੰਦੇ ਨੇ 60 ਸਾਲ ਤੋਂ ਬਾਅਦ ਸ਼ੁਰੂ ਕੀਤਾ ਸੀ। ਯੂ ਵਿਲ ਸੀ ਹੰਡਰਡਸ ਆਫ ਪੀਪਲ ਰਿਜੈਕਸ਼ਨ ਤੋਂ ਡਰਦੇ ਨੇ। ਵਾਲਟ ਡਿਜ਼ਨੀ ਦੁਨੀਆ ਦੀ ਸਭ ਤੋਂ ਵੱਡੀ ਕਾਰਟੂਨ ਮੂਵੀ, 302 ਵਾਰੀ ਰਿਜੈਕਸ਼ਨ ਮਿਲੀ ਸੀ। ਔਰ ਜਿਨ੍ਹਾਂ ਨੇ ਉਹਨਾਂ ਨੂੰ ਅਵਾਰਡ ਦਿੱਤਾ, ਉਹ ਪਹਿਲੀ ਕੰਪਨੀ ਸੀਗੀ ਜਿਹਨੇ ਕਿਹਾ ਸੀ ਤੂੰ ਆਰਟਿਸਟ ਨਹੀਂ ਬਣ ਸਕਦਾ ਕਦੇ। ਉਹ ਰਿਜੈਕਸ਼ਨ ਲੈ ਕੇ ਬੈਠ ਜਾਂਦਾ। ਈਲਨ ਮਸਕ ਹੁਣ ਆਇਆ, ਹੀ ਹੈਜ਼ ਸਟਾਰਟਡ ਰਾਈਟ ਨਾਓ। ਟਾਈਮਸ ਦਾ ਡਿਫਰੈਂਸ ਹੁੰਦਾ। ਲੋਕ ਆਪਣੇ ਆਪ ਨੂੰ ਤੁਸੀਂ ਲੋਕਾਂ ਨਾਲ ਕੰਪੇਅਰ ਕਰਨਾ ਬੰਦ ਕਰੋ। ਤੁਹਾਡੀ ਜ਼ਿੰਦਗੀ ਤੁਹਾਡੇ ਲਈ ਹੈ। ਅੱਜ ਅਸੀਂ ਇੱਥੇ ਬੈਠ ਜਾਈਏ ਤੇ ਕਹੀਏ ਯਾਰ ਅਸੀਂ ਤਾਂ ਟ੍ਰੇਡ ਕਰਦੇ ਹਾਂ, ਸਾਡਾ ਤਾਂ ਹਾਲੇ 1-2 ਲੱਖ ਰੁਪਏ ਹੀ ਬਣਦਾ ਹੈ। ਉਹ ਝੁੰਝੁਨਵਾਲਾ ਜੀ ਨੇ ਕਰੋਨਾ ਛਾਪ, ਕਿਆ ਕਰ ਲੂੰਗਾ ਮੈਂ? ਉਹਨਾਂ ਦਾ ਪੈਰਿੰਗ ਹੋਰ ਸੀ, ਉਹਨਾਂ ਦਾ ਦੌਰ ਹੋਰ ਸੀ। ਮੈਂ ਆਪਣੇ ਆਪ ਆਪਣੀ ਸਟੇਜ ਬਣਾ ਰਿਹਾ, ਮੈਂ ਆਪਣੀ ਜਰਨੀ ਬਣਾ ਰਿਹਾ। ਬਿਲਕੁਲ। ਤੇ ਇਸ ਸਪੈਸ਼ਲੀ ਇਸ ਏਰੀਆ ਦੇ ਵਿੱਚ, ਇਸ ਫੀਲਡ ਦੇ ਵਿੱਚ ਆਫ ਇਨਵੈਸਟਿੰਗ, ਆਫ ਗਰੋਇੰਗ ਯਰ ਮਨੀ, ਪੈਸੇ ਨਾਲ ਪੈਸਾ ਕਮਾ ਰਹੇ ਹੋ ਤੁਸੀਂ, ਪਲੀਜ਼ ਕਿਸੇ ਨਾਲ ਕੰਪੇਅਰ ਨਾ ਕਰਨਾ। ਹਰ ਕਿਸੇ ਦੀ ਉਹ ਇੰਸਟਾਗ੍ਰਾਮ ਤੇ ਦੇਖੋ ਨਾ, ਜਿਹਨੇ ਲੱਖ ਰੁਪਏ ਕਮਾ ਲਿਆ, ਉਹਦੇ ਪਿੱਛੇ ਨਹੀਂ ਦੱਸਦਾ ਉਹ ਕਿੰਨਾ ਹੈ ਉਹਦਾ। ਇਹਦੇ 'ਚ ਤਾਂ ਬਿਲਕੁਲ ਨਹੀਂ ਤੁਸੀਂ ਕਰਨਾ। ਆਪਣੀ ਸਮਝ, ਆਪਣਾ ਇਸ ਸੀਰੀਜ਼ ਤੋਂ ਮੇਰੇ ਹਿਸਾਬ ਨਾਲ ਮੈਂ ਇੱਕੋ ਹੀ ਚੀਜ਼ ਦਾ ਮਕਸਦ ਲੈ ਕੇ ਚੱਲ ਰਿਹਾ ਕਿ ਲੋਕ ਇੰਨੇ ਆਪਣੇ ਆਪ 'ਤੇ ਡਿਪੈਂਡੈਂਟ ਹੋ ਜਾਣ, ਇੰਡੀਪੈਂਡੈਂਟ ਹੋ ਜਾਣ ਕਿ ਉਹਨਾਂ ਨੂੰ ਜਿਹੜਾ ਆਹ ਵਾਲਾ ਡਿਸੀਜ਼ਨ ਹੈ ਉਹ ਖੁਦ ਲੈਣਾ ਆ ਜਾਵੇ। ਚਾਹੇ ਕੋਈ ਸਾਹਮਣੇ ਵਾਲਾ ਕਹਿੰਦਾ ਉਸ 'ਤੇ
ਪਰ ਤੁਸੀਂ ਆਪਣੇ ਆਪ ਉਸ ਸੋਚ ਨੂੰ, ਆਪਣਾ ਦਿਮਾਗ ਲਗਾ ਕੇ ਉਸ ਡਿਸੀਜਨ ਨੂੰ ਹਾਂ ਜਾਂ ਨਾ ਕਰ ਸਕੋ, ਕ੍ਰਾਸ ਚੈੱਕ ਤੁਸੀਂ ਤੁਹਾਡੇ ਤੁਹਾਡੇ ਕੋਲ ਹੋਵੇ, ਹੂੰ ਕਿਉਂਕਿ ਪੈਸਾ ਤੁਹਾਡਾ ਪੈਸਾ ਕਿਸੇ ਦਾ ਨਹੀਂ ਚਾਹੀਦਾ। ਬਿਲਕੁਲ ਕਿਉਂਕਿ ਜੇ ਤੁਹਾਡਾ ਪੈਸਾ ਇੰਨੀ ਮਿਹਨਤ ਨਾਲ ਤੁਸੀਂ ਕਮਾਇਆ ਤੇ ਐਂ ਹੀ ਕਿਸੇ ਤੇ ਠੀਕ ਹੈ, ਲੋਕ ਹੈਗੇ ਨੇ ਜਿਹੜਾ ਮੈਨੇਜ ਕਰਦੇ ਨੇ ਫੰਡਸ ਨੂੰ, ਉਹ ਤਾਂ ਆਪਾਂ ਗੱਲ ਮੰਨਦੇ ਹੀ ਆ, ਪਰ ਫਿਰ ਵੀ ਤੁਹਾਡੀ ਅਵੇਅਰਨੈਸ ਵੀ ਜ਼ਰੂਰੀ ਹੈ। ਜੋ ਸਾਹਮਣੇ ਵਾਲਾ ਕਰ ਰਿਹਾ ਉਹ ਸਹੀ ਕਰ ਰਿਹਾ ਤੁਹਾਡੇ ਪੈਸੇ ਦਾ, ਉਹ ਤਾਂ ਕ੍ਰਾਸ ਨਹੀਂ ਸਿਰਫ ਉਹੀ ਤੈਅ ਕਰਨਾ। ਸਹੀ ਗੱਲ, ਮੈਂ ਨਹੀਂ ਕਹਿ ਰਿਹਾ ਉਹਨੂੰ ਪੈਸੇ ਨਾ ਦਿਓ ਜਾਂ ਮਿਊਚੁਅਲ ਫੰਡ ਦਿਓ, ਪਰ ਕਿਹਨੂੰ ਦੇਣੇ ਨੇ ਉਹ ਤਾਂ ਤੁਸੀਂ ਡਿਸਾਈਡ ਕਰੋ ਨਾ। ਉਹ ਤਾਂ ਪੋਰਟਫੋਲੀਓ ਜਿਹੜਾ ਉਹ ਤਾਂ ਤੁਸੀਂ ਡਿਸਾਈਡ ਕਰੋ, ਉਹ ਡਿਸਾਈਡ ਕਰੋ। ਬਸ ਆਪਣਾ ਇਹੀ ਮਕਸਦ ਹੈ ਕਿ ਸਮਝ ਉਹ ਸਮਝ ਆ ਜਾਵੇ ਕਿ ਆਪਾਂ ਉਹ ਪੈਸਾ ਕਿੱਥੇ ਔਰ ਕਿਵੇਂ ਇਨਵੈਸਟ ਕਰਨਾ ਔਰ ਕਿਉਂ ਕਰ ਰਹੇ ਹੋ ਬਸ। ਨਹੀਂ ਸਹੀ ਹੈ। ਮੈਨੂੰ ਲੱਗਦਾ ਹੁਣ ਆਪਾਂ ਕਾਫੀ ਲੰਬਾ ਹੋ ਜਾਊਗਾ ਤੇ ਅੱਜ ਦਾ ਐਪੀਸੋਡ ਨੂੰ ਇੱਥੇ ਵਿਰਾਮ ਲਾਉਂਦੇ ਹਾਂ ਤੇ ਮਿਲਦੇ ਹਾਂ। ਥੈਂਕ ਯੂ ਸੋ ਮਚ। ਅਗਲੇ ਐਪੀਸੋਡ 'ਚ ਆਪਾਂ ਮੇਰਾ ਦਾ ਹੋਰ ਕੁਰੇ ਦਾਂਗੇ, ਹੋਰ ਕਰੇ ਦਾ ਯਾਰ, ਤਾਂ ਸ਼ੁਰੂਆਤ ਹੈ ਜਦੋਂ ਬਹੁਤ ਚੰਗੀ ਸ਼ੁਰੂਆਤ। ਠੀਕ ਹੈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।